ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਆਪਾਂ ਫਿਜ਼ਿਕਸ ਦਾ ਦੂਜਾ ਚੈਪਟਰ ਸ਼ੁਰੂ ਕਰਾਂਗੇ। ਫੋਰਸਿਸ ਐਂਡ ਲਾਅ ਆਫ ਮੋਸ਼ਨ, ਬਲ ਅਤੇ ਗਤੀ ਦੇ ਨਿਯਮ। ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਜੀ ਫੋਰਸ ਕੀ ਹੁੰਦੀ ਆ, ਭਾਵ ਬਲ ਤੋਂ ਕੀ ਭਾਵ ਆ। ਬਲ ਦਾ ਸਿੱਧਾ ਮਤਲਬ ਹੁੰਦਾ ਜੀ ਕਿਸੇ ਵਸਤੂ 'ਤੇ ਲੱਗਣ ਵਾਲਾ ਬਾਹਰੀ ਦਬਾਅ। ਇਹ ਕਿਸੇ ਵੀ ਵਸਤੂ 'ਤੇ ਜਿਹੜਾ ਧੱਕਾ ਜਾਂ ਖਿਚਾਵ ਦੇ ਫਾਰਮ ਵਿੱਚ ਲੱਗਦਾ। ਜਿਹੜਾ ਫੋਰਸ ਹੁੰਦੀ ਆ ਇਹ ਕਿਸੇ ਵੀ ਵਸਤੂ ਨੂੰ ਰੈਸਟ ਵਿੱਚ ਲਿਆਉਣ ਦੇ ਕੰਮ ਆਉਂਦੀ ਆ। ਰੈਸਟ ਭਾਵ ਇਹ ਕਿਸੇ ਥਾਂ 'ਤੇ ਰੋਕਣ ਦੇ ਜਾਂ ਫਿਰ ਕਿਸੇ ਵਸਤੂ ਨੂੰ ਤੋੜਨ ਦੇ ਕੰਮ ਆਉਂਦੀ ਆ। ਜਦੋਂ ਆਪਾਂ ਕਿਸੇ ਵਸਤੂ ਨੂੰ ਧੱਕਾ ਮਾਰਦੇ ਹਾਂ, ਭਾਵ ਆਪਾਂ ਫੁੱਟਬਾਲ 'ਤੇ ਜਿਵੇਂ ਕਿੱਕ ਮਾਰਦੇ ਹਾਂ ਤਾਂ ਆਪਾਂ ਇੱਕ ਤਰ੍ਹਾਂ ਦੀ ਫੋਰਸ ਲਾਉਂਦੇ ਹਾਂ ਉਹਦੇ 'ਤੇ। ਇਸ ਨਾਲ ਜਿਹੜਾ ਫੁੱਟਬਾਲ ਉਹ ਅੱਗੇ ਨੂੰ ਰੁੜ ਜਾਂਦਾ। ਜਾਂ ਫਿਰ ਕਿਸੇ ਵਸਤੂ ਦੀ ਡਾਇਰੈਕਸ਼ਨ ਬਦਲਣ ਦੇ ਕੰਮ ਆਉਂਦੀ ਆ। ਇਹ ਫੋਰਸ ਦੇ ਕੰਮ ਹੁੰਦੇ ਜੀ। ਫੋਰਸ ਹੁੰਦੀ ਹੈ ਕਿਸੇ ਵਸਤੂ 'ਤੇ ਲੱਗਣ ਵਾਲਾ ਬਾਹਰੀ ਦਬਾਅ। ਇਹ ਧੱਕਾ ਜਾਂ ਖਿਚਾਵ ਦੀ ਫਾਰਮ ਵਿੱਚ ਲੱਗਦੀ ਆ। ਉਸ ਤੋਂ ਬਾਅਦ ਫੋਰਸ ਦੇ ਜਿਹੜਾ ਫਾਰਮੂਲਾ ਕੀ ਹੁੰਦਾ ਜੀ, ਫੋਰਸ ਨੂੰ F ਨਾਲ ਡਿਨੋਟ ਕਰਦੇ ਜੀ, ਇਹ ਵੀ ਨੋਟ ਕਰ ਲਿਓ। ਅਤੇ ਇਹਦਾ ਫਾਰਮੂਲਾ ਹੁੰਦਾ ਜੀ ਮਾਸ ਗੁਣਾ ਐਕਸਲਰੇਸ਼ਨ। ਇਹਨੂੰ ਐਂ ਕਰਕੇ ਵੀ ਲਿਖ ਸਕਦੇ ਹਾਂ F = ma। ਇਹਨੂੰ ਸਭ ਤੋਂ ਵਧੀਆ ਯਾਦ ਰੱਖਣ ਦਾ ਤਰੀਕਾ ਇਹ ਹੈ ਜੀ, ਫੋਰਸ = ma। ਯੂਨਿਟਸ ਕੀ ਹੁੰਦੀਆਂ, ਇਕਾਈਆਂ ਕੀ ਹੁੰਦੀਆਂ। ਫੋਰਸ ਨੂੰ ਆਪਾਂ ਦੀਆਂ ਪਹਿਲਾਂ SI ਯੂਨਿਟਸ ਹੁੰਦੀਆਂ ਜੀ, ਸਿਸਟਮ ਇੰਟਰਨੈਸ਼ਨਲ, ਜਿਹੜੀਆਂ ਜ਼ਿਆਦਾ ਵਰਤੀਆਂ ਜਾਂਦੀਆਂ ਉਹ ਹੁੰਦੀਆਂ ਨਿਊਟਨ। ਇਹਨਾਂ ਨੂੰ N ਨਾਲ ਡਿਨੋਟ ਕੀਤਾ ਜਾਂਦਾ। ਅਤੇ CGS ਵਿੱਚ ਇਹਦੀਆਂ ਯੂਨਿਟ ਹੁੰਦੀਆਂ ਜੀ ਡਾਇਨ। ਇਹਨਾਂ ਦੋਵਾਂ ਵਿੱਚ ਰਿਲੇਸ਼ਨ ਕੀ ਬਣਦਾ ਜੀ, ਨਿਊਟਨ ਅਤੇ ਡਾਇਨ ਵਿੱਚ ਜਿਹੜਾ 1 ਨਿਊਟਨ ਹੁੰਦਾ ਉਹ 10⁵ ਗੁਣਾ ਡਾਇਨ ਦੇ ਹੁੰਦਾ। ਭਾਵ ਇੰਨੇ ਸਾਰੇ ਡਾਇਨ ਮਿਲ ਕੇ 1 ਨਿਊਟਨ ਦੀ ਪਾਵਰ ਨੂੰ ਬਣਾਉਂਦੇ ਆ, ਫੋਰਸ ਨੂੰ ਬਣਾਉਂਦੇ ਆ। ਇਸੇ ਕਰਕੇ ਜਿਹੜਾ ਨਿਊਟਨ ਆ ਇਹ ਇੱਕ ਜ਼ਿਆਦਾ ਵੱਡੀ ਫਾਰਮ ਆ ਫੋਰਸ ਦੀ, ਅਤੇ ਜਿਹੜਾ ਡਾਇਨ ਆ ਇਹ ਛੋਟੀ ਫਾਰਮ ਆ ਫੋਰਸ ਦੀ। ਉਸ ਤੋਂ ਬਾਅਦ ਆਪਣੇ ਕੋਲ ਅਗਲਾ ਟੌਪਿਕ ਆਉਂਦਾ ਜੀ ਇਨਰਸ਼ੀਆ, ਭਾਵ ਜੜਤਾ। ਜੜਤਾ ਤੋਂ ਭਾਵ ਹੈ ਜੀ ਕਿ ਇਹ ਕਿਸੇ ਵੀ ਵਸਤੂ ਦੇ ਜਿਹੜਾ ਕੁਦਰਤੀ ਗੁਣ ਆ, ਭਾਵ ਕਿਸੇ ਵੀ ਵਸਤੂ ਦੇ ਅੰਦਰ ਇਹ ਪਹਿਲਾਂ ਤੋਂ ਹੀ ਹੁੰਦਾ, ਹਰੇਕ ਵਸਤੂ ਦੇ ਅੰਦਰ ਹੁੰਦਾ। ਇਹਦੇ ਤੋਂ ਭਾਵ ਇਹ ਹੁੰਦਾ ਜੇਕਰ ਕੋਈ ਵੀ ਵਸਤੂ ਹੈ ਜਿਹੜੀ ਉਹ ਕਿਸੇ ਪ੍ਰਕਾਰ ਦੀ ਸਟੇਟ ਵਿੱਚ ਆ, ਸਟੇਟ ਭਾਵ ਰੈਸਟ, ਮੋਸ਼ਨ ਜਾਂ ਫਿਰ ਡਾਇਰੈਕਸ਼ਨ ਆ, ਇਹਨਾਂ ਸਟੇਟ ਲਾਈਨ ਵਿੱਚ ਆ, ਤਾਂ ਉਹ ਆਪਣੀ ਉਸੇ ਸਟੇਟ ਨੂੰ ਕੰਟੀਨਿਊ ਕਰਦੀ ਆ। ਭਾਵ ਜੇ ਤਾਂ ਕੋਈ ਵਸਤੂ ਹੈ ਜਿਹੜੀ ਉਹ ਰੈਸਟ ਵਿੱਚ ਆ ਤਾਂ ਉਹ ਟਾਈਮ ਦੇ ਬੀਤਣ ਨਾਲ ਰੈਸਟ ਵਿੱਚ ਹੀ ਰਹੂਗੀ, ਜਿੰਨਾ ਚਿਰ ਉਹਦੇ 'ਤੇ ਕੋਈ ਵੀ ਬਾਹਰੀ ਬਲ ਨਹੀਂ ਲੱਗਦਾ। ਜੇ ਤਾਂ ਉਹਦੇ 'ਤੇ ਕੋਈ ਬਾਹਰੀ ਬਲ ਲੱਗੂਗਾ ਤਾਂ ਹੀ ਉਹਦੀ ਸਟੇਟ ਚੇਂਜ ਹੋਊਗੀ। ਆਪਦੀ ਕਿਸੇ ਵੀ ਸਟੇਟ ਵਿੱਚ ਸਟੇਟ ਨੂੰ ਕੰਟੀਨਿਊ ਕਰਨਾ ਕਿਸੇ ਵਸਤੂ ਦੇ ਦੁਆਰਾ, ਉਹਨੂੰ ਆਪਾਂ ਜੜਤਾ ਕਹਿੰਦੇ ਹਾਂ, ਭਾਵ ਇਨਰਸ਼ੀਆ। ਅੱਗੇ ਜੀ ਇਹ 3 ਪ੍ਰਕਾਰ ਦਾ ਹੁੰਦਾ ਇਨਰਸ਼ੀਆ: ਰੈਸਟ, ਮੋਸ਼ਨ ਅਤੇ ਡਾਇਰੈਕਸ਼ਨ। ਰੈਸਟ ਤੋਂ ਭਾਵ ਜੇ ਤਾਂ ਕੋਈ ਵਸਤੂ ਜਿਹੜੀ ਆ ਉਹ ਇੱਕ ਥਾਂ 'ਤੇ ਖੜੀ ਹੋਈ ਹੈ ਤਾਂ ਉਹ ਆਪਦੀ ਉਸ ਸਟੇਟ ਨੂੰ ਕੰਟੀਨਿਊ ਕਰੂਗੀ, ਉਹ ਅੱਗੇ ਨਹੀਂ ਤੁਰੂਗੀ ਜਿੰਨਾ ਚਿਰ ਉਹਦੇ 'ਤੇ ਬਾਹਰੀ ਬਲ ਨਹੀਂ ਲੱਗਦਾ। ਅਤੇ ਜੇ ਮੋਸ਼ਨ ਦੀ ਗੱਲ ਕਰੀਏ ਇਨਰਸ਼ੀਆ ਆਫ ਮੋਸ਼ਨ ਤੋਂ ਭਾਵ ਹੈ ਜੀ ਜੇ ਤਾਂ ਕੋਈ ਵਸਤੂ ਜਿਹੜੀ ਉਹ ਚੱਲ ਰਹੀ ਆ, ਮੰਨ ਲਓ ਹੁਣ ਇਹ ਜਿਹੜੀ ਫੁੱਟਬਾਲ ਆ ਇਹ ਚੱਲਦੀ ਪਈ ਆ, ਇਹਦੇ 'ਤੇ ਕਿੱਕ ਮਾਰੀ ਹੋਈ ਹੈ ਕਿਸੇ ਨੇ, ਇਹ ਚੱਲੀ ਜਾਂਦੀ ਆ, ਤਾਂ ਇਹ ਉਨਾ ਚਿਰ ਨਹੀਂ ਰੁਕੂਗੀ ਜਿੰਨਾ ਚਿਰ ਇਹਦੇ 'ਤੇ ਕੋਈ ਫੋਰਸ ਨਹੀਂ ਲੱਗਦੀ। ਹੁਣ ਤੁਸੀਂ ਕਹੋਗੇ ਵੀ ਹਾਂ ਜਦੋਂ ਆਪਾਂ ਫੁੱਟਬਾਲ 'ਤੇ ਕਿੱਕ ਮਾਰਦੇ ਹਾਂ ਤਾਂ ਫੁੱਟਬਾਲ ਆਪੇ ਹੀ ਰੁਕ ਜਾਂਦਾ ਥੋੜ੍ਹੇ ਟਾਈਮ ਬਾਅਦ, ਪਰ ਫੁੱਟਬਾਲ ਉਦੋਂ ਆਪੇ ਰੁਕਦਾ ਕਿਉਂਕਿ ਜਿਹੜੀ ਆਪਣੀ ਗਰਾਊਂਡ ਆ ਉਹਦੇ 'ਤੇ ਫ੍ਰਿਕਸ਼ਨ ਲੱਗਦਾ। ਉਹ ਇੱਕ ਤਰ੍ਹਾਂ ਦਾ ਬਲ ਆ, ਉਹ ਬਾਹਰੀ ਬਲ ਆ, ਜਦੋਂ ਉਹ ਲੱਗਦਾ ਇਹਦੇ 'ਤੇ ਤਾਂ ਇਹਦੀ ਸਟੇਟ ਚੇਂਜ ਹੁੰਦੀ ਆ। ਇਸੇ ਕਰਕੇ ਜਿਹੜਾ ਜੇ ਤਾਂ ਇਹਦੇ 'ਤੇ ਆਪਣੇ ਕੋਲ ਫ੍ਰਿਕਸ਼ਨ ਨਾ ਹੋਵੇ, ਰਗੜ ਬਲ ਨਾ ਹੋਵੇ ਧਰਤੀ 'ਤੇ, ਤਾਂ ਜੇ ਤੁਸੀਂ ਕਿੱਕ ਮਾਰੋਗੇ ਫੁੱਟਬਾਲ ਨੂੰ, ਉਹ ਮੋਸ਼ਨ ਵਿੱਚ ਆ ਗਿਆ ਤਾਂ ਉਹ ਰੁਕੇਗਾ ਹੀ ਨਹੀਂ ਕਦੇ। ਇਨਫਾਨਾਈਟ ਟਾਈਮ, ਅਨੰਤ ਕਾਲ ਤੱਕ ਉਹ ਉਸੇ ਮੋਸ਼ਨ ਨਾਲ ਚੱਲਦਾ ਰਹੇਗਾ।
ਉਸ ਤੋਂ ਬਾਅਦ ਆਪਣੇ ਕੋਲ ਆਉਂਦੇ ਇਨਰਸ਼ੀਆ ਆਫ ਡਾਇਰੈਕਸ਼ਨ। ਇਨਰਸ਼ੀਆ ਆਫ ਡਾਇਰੈਕਸ਼ਨ ਤੋਂ ਭਾਵ ਹੈ ਸਿੱਧਾ ਸਿੱਧਾ ਵੀ ਜੇ ਤਾਂ ਕੋਈ ਵਸਤੂ ਕਿਸੇ ਵੀ ਡਾਇਰੈਕਸ਼ਨ ਵਿੱਚ ਆ, ਮੰਨ ਲਓ ਸਿੱਧੀ ਚੱਲ ਰਹੀ ਆ, ਤਾਂ ਆਪਦੀ ਡਾਇਰੈਕਸ਼ਨ ਚੇਂਜ ਨਹੀਂ ਕਰੇਗੀ ਜਿੰਨਾ ਚਿਰ ਉਹਦੇ 'ਤੇ ਬਾਹਰੀ ਬਲ ਨਹੀਂ ਲੱਗਦਾ। ਜੇ ਉਹ ਸਟੇਟ ਲਾਈਨ ਵਿੱਚ ਆ, ਸਿੱਧੀ ਰੇਖਾ ਵਿੱਚ ਚੱਲ ਰਹੀ ਆ, ਤਾਂ ਸਿੱਧੀ ਰੇਖਾ ਵਿੱਚ ਹੀ ਰਹੇਗੀ। ਜੇ ਉਹਨੇ ਆਪਦੀ ਡਾਇਰੈਕਸ਼ਨ ਚੇਂਜ ਕਰਨੀ ਆ ਤਾਂ ਉਹਦੇ 'ਤੇ ਬਾਹਰੀ ਬਲ ਲੱਗਣਾ ਪਵੇਗਾ, ਫਿਰ ਹੀ ਉਹਦੀ ਡਾਇਰੈਕਸ਼ਨ ਕਿਸੇ ਪਾਸੇ ਚੇਂਜ ਹੋਏਗੀ। ਆਹ 3 ਪ੍ਰਕਾਰ ਦਾ ਆਪਣੇ ਕੋਲ ਇਨਰਸ਼ੀਆ ਹੁੰਦਾ ਜੀ। ਹੁਣ ਆਪਾਂ ਨੂੰ ਇਹ ਕਿਵੇਂ ਪਤਾ ਲੱਗੂ ਵੀ ਕਿਹੜੀ ਵਸਤੂ ਕੋਲ ਇਨਰਸ਼ੀਆ ਜ਼ਿਆਦਾ ਅਤੇ ਕਿਹੜੀ ਕੋਲ ਘੱਟ ਆ। ਹੁਣ ਜਿਹੜਾ ਇਨਰਸ਼ੀਆ ਹੁੰਦਾ ਜੀ, ਇਨਰਸ਼ੀਆ ਜਾਂ ਫਿਰ ਜੜਤਾ ਲਾ ਲਓ, ਇਹ ਡਾਇਰੈਕਟਲੀ ਪ੍ਰਪੋਰਸ਼ਨ ਹੁੰਦਾ ਮਾਸ ਦੇ। ਡਾਇਰੈਕਟਲੀ ਪ੍ਰਪੋਰਸ਼ਨ ਭਾਵ ਇਹ ਸਿੱਧਾ ਮਾਸ 'ਤੇ ਪ੍ਰਭਾਵਿਤ ਹੁੰਦਾ। ਮਾਸ ਦੇ ਨਾਲ ਇਹਦੀ ਵੈਲਿਊ ਵੱਧਦੀ ਜਾਂ ਘਟਦੀ ਆ। ਜੇ ਤਾਂ ਹੁਣ ਕਿਸੇ ਵਸਤੂ ਦਾ ਜਿਹੜਾ ਭਾਰ ਆ ਉਹ ਜ਼ਿਆਦਾ ਹੈ ਤਾਂ ਉਹਦੇ ਵਿੱਚ ਇਨਰਸ਼ੀਆ ਦੀ ਵੈਲਿਊ ਵੀ ਜ਼ਿਆਦਾ ਹੋਊਗੀ, ਭਾਵ ਉਹਦੇ ਵਿੱਚ ਆਪਦੀ ਸਟੇਟ ਨੂੰ ਕੰਟੀਨਿਊ ਕਰਨ ਦੀ ਪਾਵਰ ਜ਼ਿਆਦਾ ਹੋਏਗੀ। ਲਾ ਲਓ ਹੁਣ ਇੱਕ ਪਾਸੇ ਆਪਣੇ ਕੋਲ ਖਾਲੀ ਬਾਕਸ ਪਿਆ ਹੈ ਕੋਈ, ਅਤੇ ਇੱਕ ਪਾਸੇ ਆਪਣੇ ਕੋਲ ਭਰਿਆ ਹੋਇਆ ਬਾਕਸ ਪਿਆ ਸਮਾਨ ਦਾ, ਲਾ ਲਓ ਕੁਛ ਵੀ ਭਰਿਆ ਹੋਇਆ ਬਾਕਸ ਵਿੱਚ। ਹੁਣ ਇਸ ਬਾਕਸ ਦਾ ਮਾਸ ਜਿਹੜਾ ਇਹਦਾ ਘੱਟ ਹੋਏਗਾ, ਲੋ ਮਾਸ, ਅਤੇ ਹੁਣ ਜਿਹੜਾ ਇਹਦਾ ਮਾਸ ਜ਼ਿਆਦਾ ਹੋਊਗਾ। ਹੁਣ ਇਹ ਤਾਂ ਵਾਜਿਬ ਜੀ ਗੱਲ ਆ, ਜੇ ਆਪਾਂ ਇਸ ਬਾਕਸ ਨੂੰ, ਇਹ ਰੈਸਟ 'ਤੇ ਖੜ੍ਹੇ ਹੋਏ ਆ ਦੋਵੇਂ, ਇਹਨੂੰ ਜੇ ਆਪਾਂ ਧੱਕਾ ਮਾਰ ਕੇ ਰੋੜਨਾ ਹੋਵੇ ਤਾਂ ਆਹ ਸੌਖਾ ਰੁੜ ਜਾਏਗਾ, ਇਹਦੀ ਸਟੇਟ ਸੌਖੀ ਚੇਂਜ ਹੋ ਜਾਏਗੀ ਕਿਉਂਕਿ ਇਹਦਾ ਮਾਸ ਘੱਟ ਆ। ਇਸੇ ਤਰ੍ਹਾਂ ਜੇ ਆਪਾਂ ਇਹਨੂੰ ਰੋੜਨਾ ਹੋਵੇ ਤਾਂ ਇਹਦੇ ਵਿੱਚ ਇਹਦੇ ਨਾਲ ਜ਼ਿਆਦਾ ਤਾਕਤ ਲਾਉਣੀ ਪਊਗੀ। ਇਸੇ ਤਰ੍ਹਾਂ ਜੇ ਆਪਾਂ ਇੱਥੇ ਟਰੱਕ ਲਾ ਲਈਏ ਕੋਈ, ਤਾਂ ਟਰੱਕ ਦਾ ਉਦੋਂ ਜ਼ਿਆਦਾ ਮਾਸ ਹੋ ਜਾਂਦਾ ਤਾਂ ਉਹਨੂੰ ਰੋੜਨਾ ਉਦੋਂ ਜ਼ਿਆਦਾ ਔਖਾ ਹੋ ਜਾਏਗਾ। ਇਸੇ ਕਰਕੇ ਜਿਵੇਂ ਜਿਵੇਂ ਮਾਸ ਵੱਧਦਾ ਜਾਏਗਾ ਕਿਸੇ ਵੀ ਆਬਜੈਕਟ ਦਾ, ਤਾਂ ਉਹਦਾ ਇਨਰਸ਼ੀਆ ਵੀ ਵੱਧਦਾ ਜਾਏਗਾ, ਜੜਤਾ ਵੀ ਵੱਧਦੀ ਜਾਏਗੀ, ਭਾਵ ਉਹਦੀ ਆਪਦੀ ਸਟੇਟ ਨੂੰ ਕੰਟੀਨਿਊ ਕਰਨ ਦੀ ਪਾਵਰ ਵੀ ਵੱਧਦੀ ਜਾਏਗੀ। ਹੁਣ ਜੇ ਮੰਨ ਲਓ ਵੀ ਕੋਈ ਟਰੱਕ ਆ, ਉਹ ਆਪਦੀ ਗਤੀ ਨਾਲ ਆ ਰਿਹਾ, ਮੋਸ਼ਨ ਨਾਲ ਆ ਰਿਹਾ, ਉਹ 20 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਆ ਰਿਹਾ ਤੁਹਾਡੇ ਵੱਲ, ਕਿ ਤੁਸੀਂ ਰੋਕ ਦੋਗੇ ਉਹਨੂੰ ਧੱਕਾ ਮਾਰ ਕੇ? ਨਾ, ਕਿਉਂਕਿ ਉਹਦੀ ਸਟੇਟ ਚੇਂਜ ਕਰਨੀ ਬਹੁਤ ਔਖੀ ਆ, ਉਹਦੇ ਕੋਲ ਇਨਰਸ਼ੀਆ ਦੀ ਪਾਵਰ ਜ਼ਿਆਦਾ ਆ, ਉਹਦੇ ਮਾਸ ਵੱਡਾ ਹੋਣ ਕਰਕੇ। ਹੁਣ ਦੂਜੇ ਪਾਸੇ ਲਾ ਲਓ ਕੋਈ ਫੁੱਟਬਾਲ ਆ, ਉਹ 20 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਆ ਰਿਹਾ ਤੁਹਾਡੇ ਕੋਲ, ਤਾਂ ਤੁਸੀਂ ਉਹਨੂੰ ਸੌਖਾ ਰੋਕ ਲਓਗੇ ਕਿਉਂਕਿ ਉਹਦੀ ਇਨਰਸ਼ੀਆ ਦੀ ਵੈਲਿਊ ਘੱਟ ਹੈ। ਆਈ ਹੋਪ ਤੁਹਾਨੂੰ ਇਨਰਸ਼ੀਆ ਕਲੀਅਰ ਹੋ ਗਿਆ ਹੋਊਗਾ। ਆਪਾਂ ਅੱਗੇ ਚੱਲਦੇ ਹਾਂ ਹੁਣ। ਉਦੋਂ ਬਾਅਦ ਆਪਣੇ ਕੋਲ ਅਗਲਾ ਟੌਪਿਕ ਆਉਂਦਾ ਜੀ ਲੀਨੀਅਰ ਮੋਮੈਂਟਮ। ਇਹਨੂੰ ਪੰਜਾਬੀ ਵਿੱਚ ਕਹਿੰਦੇ ਰੇਖਾਂਸ਼ੀ ਸੰਵੇਗ। ਇਹਦਾ ਮਤਲਬ ਹੁੰਦਾ ਜੀ ਦਾ ਕੁਆਂਟਿਟੀ ਆਫ ਮੋਸ਼ਨ ਕੰਟੇਨਡ ਇਨ ਆ ਬੋਡੀ ਇਜ਼ ਕਾਲਡ ਲੀਨੀਅਰ ਮੋਮੈਂਟਮ। ਪੰਜਾਬੀ ਵਿੱਚ ਇਹਦਾ ਮਤਲਬ ਹੁੰਦਾ ਜੀ ਕਿਸੇ ਵੀ ਵਸਤੂ ਦੇ ਵਿੱਚ ਭਰੀ ਹੋਈ ਗਤੀ ਨੂੰ ਆਪਾਂ ਉਸ ਵਸਤੂ ਦਾ ਮੋਮੈਂਟਮ ਕਹਿੰਦੇ ਹਾਂ। ਇਹ ਤੁਹਾਨੂੰ ਐਗਜ਼ਾਮਪਲ ਤੋਂ ਜ਼ਿਆਦਾ ਕਲੀਅਰ ਹੋਊਗੀ, ਪਰ ਉਦੋਂ ਪਹਿਲਾਂ ਜਿਹੜਾ ਇਹ ਮੋਮੈਂਟਮ ਆ ਇਹਨੂੰ ਆਪਾਂ ਪੀ ਨਾਲ ਡਿਨੋਟ ਕਰਦੇ ਹਾਂ। ਜਿਹੜਾ ਲੀਨੀਅਰ ਮੋਮੈਂਟਮ ਦਾ ਫਾਰਮੂਲਾ ਹੁੰਦਾ ਜੀ, ਉਹ ਹੁੰਦਾ ਮਾਸ ਇਨਟੂ ਵੈਲੋਸਿਟੀ। ਉਹਦੇ ਬਾਅਦ ਆਪਾਂ ਅੱਗੇ ਐਗਜ਼ਾਮਪਲ ਲੈਂਦੇ ਹਾਂ ਜੀ। ਲਾ ਲਓ ਹੁਣ ਕਿ ਇਹ ਜਿਹੜਾ ਮੋਮੈਂਟਮ ਆ ਇਹ ਇਹਨਾਂ ਦੋਵਾਂ ਕੁਆਂਟੀਟੀਜ਼ ਉੱਤੇ ਡਿਪੈਂਡ ਕਰਦਾ। ਜੇ ਤਾਂ ਕਿਸੇ ਵਸਤੂ ਦਾ ਮਾਸ ਜ਼ਿਆਦਾ ਹੈ ਤਾਂ ਉਹਦੀ ਵੈਲੋਸਿਟੀ, ਲਾ ਲਓ ਵੈਲੋਸਿਟੀ ਉਹਦੀ 20 ਆ ਪਰ ਉਹਦਾ ਮਾਸ ਬਾਹਲੇ ਜ਼ਿਆਦਾ, ਤਾਂ ਉਹਦੇ ਵਿੱਚ ਮੋਮੈਂਟਮ ਜ਼ਿਆਦਾ ਹੋਏਗਾ। ਪਰ ਉਸੇ ਪਾਸੇ ਜੇ ਕਿਸੇ ਵਸਤੂ ਦਾ ਸਪੀਡ 20 ਆ, ਵੈਲੋਸਿਟੀ 20 ਆ, ਪਰ ਉਹਦੇ ਵਿੱਚ ਮਾਸ ਵੀ ਘੱਟ ਆ, ਫਿਰ ਉਹਦਾ ਮੋਮੈਂਟਮ ਘੱਟ ਹੋ ਜਾਏਗਾ। ਇਹਨਾਂ ਦੋਵਾਂ 'ਤੇ ਡਿਪੈਂਡ ਕਰਦਾ। ਹੁਣ ਲਾ ਲਓ ਲਾ ਲਓ ਪੱਥਰ ਆ ਕੋਈ, ਉਹ ਢਲਾਨ ਤੋਂ ਥੱਲੇ ਆ ਰਿਹਾ, ਥੱਲੇ ਤੁਸੀਂ ਖੜ੍ਹੇ ਹੋ, ਕਿ ਤੁਸੀਂ ਰੋਕ ਲਓਗੇ ਪੱਥਰ ਨੂੰ? ਮੰਨ ਲਓ ਪੱਥਰ ਆ ਰਿਹਾ 20 ਦੀ ਸਪੀਡ ਨਾਲ, 20 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਆ ਰਿਹਾ, ਅਤੇ ਉਹਦਾ ਮਾਸ ਹੈਗਾ 80 ਕਿਲੋ। ਨਹੀਂ ਰੋਕਿਆ ਜਾਣਾ ਕਿਉਂਕਿ ਉਹਦੇ ਵਿੱਚ ਜਿਹੜਾ ਮੋਮੈਂਟਮ ਆ, ਉਹਦੇ ਵਿਚਲੀ ਜਿਹੜੀ ਗਤੀ ਆ ਉਹ ਬਹੁਤ ਜ਼ਿਆਦਾ ਆ, ਉਹਦੇ ਵਿਚਲੀ ਗਤੀ ਬਹੁਤ ਜ਼ਿਆਦਾ ਹੈ, ਇਸੇ ਕਰਕੇ ਤੁਸੀਂ ਉਹਨੂੰ ਰੋਕਣਾ ਬਹੁਤ ਔਖਾ ਹੋ ਜਾਏਗਾ। ਅਤੇ ਦੂਜੇ ਪਾਸੇ ਲਾ ਲਓ
ਕੋਈ ਹੋਰ ਵਸਤੂ ਆ, ਲਾ ਲਓ ਕੋਈ ਬਾਲ ਆ, ਫੁੱਟਬਾਲ ਬਾਲ ਲਾ ਲਓ, ਉਹਦਾ ਭਾਰ ਲਾ ਲਓ 1 ਕਿਲੋ ਆ, ਅਤੇ ਉਹਦੀ ਵੈਲੋਸਿਟੀ ਜਿਹੜੀ ਹੈਗੀ ਹੈ ਜੀ 20 ਮੀਟਰ ਪਰ ਸੈਕਿੰਡ ਦੀ, ਤਾਂ ਇਹਨੂੰ ਤੁਸੀਂ ਸੌਖਾ ਰੋਕ ਲਓਗੇ। ਹੁਣ ਇਹਦਾ ਮਤਲਬ ਇਹ ਹੈ ਜਿਹੜਾ ਮੋਮੈਂਟਮ ਹੈ ਇਹ ਦੋਵਾਂ ਜਿਹੜਾ ਕੁਆਂਟੀਟੀਜ਼ ਆ, ਮੋਸ਼ਨ, ਮਾਸ ਅਤੇ ਵੈਲੋਸਿਟੀ, ਇਹ ਇਹਨਾਂ ਦੋਵਾਂ 'ਤੇ ਡਿਪੈਂਡ ਕਰਦਾ ਕਿਸੇ ਵੀ ਵਸਤੂ ਦਾ। ਹੁਣ ਜਿਹੜਾ ਮੋਮੈਂਟਮ ਦਾ ਯੂਜ਼ ਆ ਇਹ ਆਪਾਂ ਅੱਗੇ ਪੜ੍ਹਾਂਗੇ ਇਸੇ ਚੈਪਟਰ ਵਿੱਚ, ਕੰਜ਼ਰਵੇਸ਼ਨ ਆਫ ਮੋਮੈਂਟਮ ਵਿੱਚ। ਉਹਦੇ ਵਿੱਚ ਤੁਹਾਨੂੰ ਜ਼ਿਆਦਾ ਸਮਝ ਲੱਗੇਗੀ ਲੀਨੀਅਰ ਮੋਮੈਂਟਮ ਦੀ। ਉਹਨਾਂ ਚਿਰ ਆਪਾਂ ਅੱਗੇ ਵੱਧਦੇ ਹਾਂ ਜੀ। ਅੱਗੇ ਆ ਜੀ ਨਿਊਟਨ ਲਾਅ ਆਫ ਮੋਸ਼ਨ। ਹੁਣ ਜਿਹੜਾ ਨਿਊਟਨ ਸੀਗਾ ਇਹਨੇ 3 ਮੋਸ਼ਨ ਦੇ ਨਿਯਮ ਦੱਸੇ, 3 ਗਤੀ ਦੇ ਨਿਯਮ ਦੱਸੇ। ਇਹਦਾ ਪਹਿਲਾ ਗਤੀ ਦਾ ਨਿਯਮ ਸੀਗਾ ਜੀ ਫਸਟ ਲਾਅ ਆਫ ਮੋਸ਼ਨ, ਇਹਦਾ ਨਾਮ ਹੀ ਇਹ ਹੈ ਫਸਟ ਲਾਅ ਆਫ ਮੋਸ਼ਨ। ਇਹ ਜਿਹੜਾ ਬਿਲਕੁਲ ਸੇਮ ਐਜ਼ ਡਿਟੋ ਇਨਰਸ਼ੀਆ ਦਾ ਲਾਅ ਹੈ। ਇਨਰਸ਼ੀਆ ਦੇ ਲਾਅ ਵਿੱਚ ਦੱਸਿਆ ਗਿਆ ਜੀ ਕੋਈ ਵੀ ਵਸਤੂ ਜਿਹੜੀ ਉਹ ਕਿਸੇ ਵੀ ਸਟੇਟ ਵਿੱਚ ਆ, ਰੈਸਟ, ਮੋਸ਼ਨ ਜਾਂ ਫਿਰ ਡਾਇਰੈਕਸ਼ਨ ਵਿੱਚ ਆ, ਤਾਂ ਉਹ ਆਪਦੀ ਸਟੇਟ ਚੇਂਜ ਉਨਾ ਚਿਰ ਨਹੀਂ ਕਰੂਗੀ ਜਿੰਨਾ ਚਿਰ ਉਹਦੇ 'ਤੇ ਕੋਈ ਬਾਹਰੀ ਬਲ ਨਹੀਂ ਲੱਗ ਜਾਂਦਾ। ਇਸੇ ਤਰ੍ਹਾਂ ਜਿਹੜਾ ਫਸਟ ਲਾਅ ਆਫ ਮੋਸ਼ਨ ਆ ਇਹ ਬਿਲਕੁਲ ਡਿਟੋ ਹੀ ਇਨਰਸ਼ੀਆ ਦਾ ਲਾਅ ਹੈ। ਹੁਣ ਕਿਸੇ ਵੀ ਵਸਤੂ ਜਿਹੜਾ ਇਨਰਸ਼ੀਆ ਉਹ ਮਾਸ 'ਤੇ ਵੀ ਡਿਪੈਂਡ ਕਰਦਾ, ਇਹ ਵੀ ਤੁਹਾਨੂੰ ਪਿੱਛੇ ਦੱਸਿਆ। ਇਸੇ ਕਰਕੇ ਜਿਹੜਾ ਫਸਟ ਲਾਅ ਹੈ ਇਹ ਬਿਲਕੁਲ ਡਿਟੋ ਹੀ ਹੈ ਇਨਰਸ਼ੀਆ ਵਾਂਗੂ। ਇਹਦਾ ਵੈਸੇ ਇੰਨਾ ਯੂਜ਼ ਵੀ ਨਹੀਂ ਆਏਗਾ ਤੁਹਾਨੂੰ ਕਿਤੇ। ਉਹਦੇ ਬਾਅਦ ਆਪਾਂ ਅੱਗੇ ਵੱਧਦੇ ਹਾਂ ਜੀ। ਆਪਣੇ ਕੋਲ ਦੂਜਾ ਲਾਅ ਆਉਂਦਾ ਲਾਅ ਆਫ ਮੋਸ਼ਨ। ਇਹਦੇ ਵਿੱਚ ਨਿਊਟਨ ਕੀ ਕਹਿੰਦਾ ਜੀ, ਕਿਸੇ ਵੀ ਵਸਤੂ ਦਾ ਜਿਹੜਾ ਰੇਖਾਂਸ਼ੀ ਸੰਵੇਗ ਆ ਉਸ 'ਤੇ ਲੱਗਣ ਵਾਲਾ ਬਾਹਰੀ ਬਲ ਉੱਤੇ ਨਿਰਭਰ ਕਰਦਾ ਹੈ। ਇਹ ਉਸੇ ਦਿਸ਼ਾ ਵੱਲ ਵੱਧਦਾ ਜਾਂ ਘਟਦਾ ਹੈ ਜਿਸ ਦਿਸ਼ਾ ਵਿੱਚ ਬਾਹਰੀ ਬਲ ਲੱਗਾ ਹੈ। ਹੁਣ ਨਿਊਟਨ ਇਹਦੇ ਵਿੱਚ ਸਿੱਧੀ ਸਿੰਪਲ ਭਾਸ਼ਾ ਵਿੱਚ ਇਹ ਕਹਿੰਦਾ ਜੀ, ਜੇਕਰ ਕਿਸੇ ਵਸਤੂ ਦਾ ਮੋਮੈਂਟਮ ਆ ਚੇਂਜ ਹੁੰਦਾ, ਰੇਖਾਂਸ਼ੀ ਸੰਵੇਗ ਚੇਂਜ ਆਉਂਦਾ, ਤਾਂ ਇਹ ਉਸ ਉੱਤੇ ਜਿਹੜਾ ਬਲ ਲੱਗਿਆ, ਬਾਹਰੀ ਬਲ, ਉਹਦੇ ਉੱਤੇ ਜਿਹੜਾ ਬਲ ਆਇਆ ਉਹ ਉਹਦੇ 'ਤੇ ਡਿਪੈਂਡ ਕਰੇਗਾ। ਅਤੇ ਜਿਹੜਾ ਇਹ ਚੇਂਜ ਹੋਊਗਾ ਇਹ ਚੇਂਜ ਵੀ ਜਿਹੜੀ ਡਾਇਰੈਕਸ਼ਨ ਵਿੱਚ ਫੋਰਸ ਲਾਈ ਆ ਉਸੇ ਡਾਇਰੈਕਸ਼ਨ ਵਿੱਚ ਹੋਊਗਾ। ਹੁਣ ਲਾ ਲਓ ਆਹ ਜਿਹੜੀ ਬਾਲ ਆ ਇਹ 10 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਰੁੜ ਰਹੀ ਸੀਗੀ। ਤੁਸੀਂ ਪਿੱਛੋਂ ਦੀ ਆ ਕੇ ਇਹਨੂੰ ਇੱਕ ਹੋਰ ਜ਼ੋਰਦਾਰ ਕਿੱਕ ਮਾਰਤੀ ਅਤੇ ਜਿਹੜੀ ਇਹਦੀ ਸਪੀਡ ਸੀਗੀ ਉਹ 40 ਹੋ ਗਈ। ਹੁਣ ਆਪਾਂ ਨੂੰ ਪਤਾ ਜਿਹੜਾ ਮੋਮੈਂਟਮ ਆ ਉਹ ਸਪੀਡ ਵੈਲੋਸਿਟੀ 'ਤੇ ਵੀ ਡਿਪੈਂਡ ਕਰਦਾ ਅਤੇ ਮਾਸ 'ਤੇ ਵੀ ਡਿਪੈਂਡ ਕਰਦਾ। ਹੁਣ ਤੁਸੀਂ ਇਹਦੀ ਵੈਲੋਸਿਟੀ ਵਧਾਤੀ, 40 ਮੀਟਰ ਪਰ ਸੈਕਿੰਡ ਕਰਤੀ, ਤਾਂ ਇਹਦਾ ਮੋਮੈਂਟਮ ਚੇਂਜ ਹੋ ਗਿਆ। ਹੁਣ ਇਹ ਜਿਹੜਾ ਮੋਮੈਂਟਮ ਚੇਂਜ ਆ ਇਹ ਐਂ ਤਾਂ ਨਹੀਂ ਚੇਂਜ ਹੋ ਗਿਆ, ਤੁਸੀਂ ਬਾਹਰੋਂ ਫੋਰਸ ਲਾਈ ਇਹਦੇ 'ਤੇ ਤਾਂ ਕਰਕੇ ਚੇਂਜ ਹੋਇਆ। ਇਸੇ ਕਰਕੇ ਜਿਹੜਾ ਇਹ ਮੋਮੈਂਟਮ ਚੇਂਜ ਆ ਇਹ ਇਸ ਫੋਰਸ 'ਤੇ ਡਿਪੈਂਡ ਕੀਤਾ ਤੁਸੀਂ ਕਿੰਨੀ ਫੋਰਸ ਲਾਈ। ਅਤੇ ਇਹ ਚੇਂਜ ਵੀ ਜਿਹੜਾ ਤੁਸੀਂ ਇੱਧਰ ਨੂੰ ਕਿੱਕ ਮਾਰੀ ਅਤੇ ਇੱਧਰ ਨੂੰ ਹੀ ਬਾਲ ਗਈ ਅਤੇ ਚੇਂਜ ਵੀ ਇਸੇ ਡਾਇਰੈਕਸ਼ਨ ਵਿੱਚ ਹੋਇਆ। ਇਸੇ ਕਰਕੇ ਨਿਊਟਨ ਇਹਦੇ ਵਿੱਚ ਇਹ ਦੱਸਣਾ ਚਾਹੁੰਦਾ ਜਿਹੜਾ ਕੋਈ ਵੀ ਮੋਮੈਂਟਮ ਹੈ ਕਿਸੇ ਬਾਡੀ ਦਾ ਉਹ ਉਸ ਉੱਤੇ ਲੱਗਣ ਵਾਲੀ ਫੋਰਸ 'ਤੇ ਡਿਪੈਂਡ ਕਰੇਗਾ, ਉਹ ਕਿੰਨਾ ਚੇਂਜ ਹੋਊਗਾ, ਕਿੰਨਾ ਵਧੂਗਾ ਜਾਂ ਘਟੂਗਾ। ਬਾਕੀ ਇਸ ਜਿਹੜਾ ਲਾਅ ਆ ਇਹਦੇ ਵਿੱਚ ਤੁਹਾਨੂੰ ਡੈਫੀਨੇਸ਼ਨ ਉਹਨਾਂ 'ਤੇ ਕੁਛ ਨਹੀਂ ਪੁੱਛਣਾ ਤੁਹਾਡੇ ਤੋਂ, ਤੁਹਾਨੂੰ ਸਮਝ ਲੱਗ ਗਈ ਤਾਂ ਵੈਲ ਐਂਡ ਗੁੱਡ ਆ। ਨਹੀਂ ਤਾਂ ਜਿਹੜੀ ਮੇਨ ਚੀਜ਼ ਆ ਉਹ ਇਹਦੇ ਵਿੱਚ ਇਹ ਆ, ਜਿਹੜਾ ਆਪਾਂ ਨੂੰ ਸੈਕਿੰਡ ਲਾਅ ਹੈ ਉਹ ਆਪਾਂ ਨੂੰ ਆਹ ਵਾਲਾ ਫਾਰਮੂਲਾ ਦਿੰਦਾ ਫੋਰਸ ਦਾ, ਫੋਰਸ ਇਜ਼ ਇਕੁਅਲ ਟੂ MA, ਮਾਸ ਇਨਟੂ ਐਕਸਲਰੇਸ਼ਨ। ਹੁਣ ਤੁਸੀਂ ਕਹੋਗੇ ਇਹ ਫਾਰਮੂਲਾ ਤਾਂ ਮੈਂ ਪਹਿਲਾਂ ਵੀ ਦੱਸਿਆ, ਇਹ ਤੁਹਾਨੂੰ ਮੈਂ ਦੱਸਿਆ ਸੀਗਾ ਫਾਰਮੂਲਾ। ਪਹਿਲਾਂ ਆਪਾਂ ਫੋਰਸ ਦਾ ਸ਼ੁਰੂ ਵਿੱਚ ਹੀ ਗੱਲ ਕੀਤੀ ਸੀਗੀ ਵੀ ਫੋਰਸ ਦਾ ਫਾਰਮੂਲਾ MA ਹੁੰਦਾ। ਹੁਣ ਇਹ ਫਾਰਮੂਲਾ ਆਪਣੇ ਕੋਲ ਜਿਹੜਾ ਸੈਕਿੰਡ ਲਾਅ ਦੁਆਰਾ ਆਇਆ, ਇਹਦੇ ਵਿੱਚ ਜਿਹੜੀ ਫੋਰਸ ਹੁੰਦੀ ਆਪਣੇ ਕੋਲ ਆਪਾਂ ਦੱਸਿਆ ਸੀਗਾ ਵੀ ਮੋਮੈਂਟਮ ਜਿਹੜਾ ਬਾਹਰੀ ਬਲ ਦੇ ਬਰਾਬਰ ਹੁੰਦਾ। ਉਸ ਤੋਂ ਬਾਅਦ ਜਦੋਂ ਆਪਾਂ ਇਹਨਾਂ ਨੂੰ ਅੱਗੇ ਖੋਲਾਂਗੇ ਤਾਂ ਆਪਣੇ ਕੋਲ ਆਹ ਫਾਰਮੂਲਾ ਆ ਜਾਏਗਾ। ਤੁਹਾਡੇ ਸਿਲੇਬਸ ਵਿੱਚ ਡੈਰੀਵੇਸ਼ਨ ਹੈ ਨਹੀਂ ਗੀ ਇਸ ਪਾਰਟ ਦੀ, ਡੈਰੀਵੇਸ਼ਨ ਇਸੇ ਕਰਕੇ ਮੈਂ ਨਹੀਂ ਕਰਾ ਰਿਹਾ ਕਿਉਂਕਿ ਜੇ ਡੈਰੀਵੇਸ਼ਨ ਕਰਾਈ ਤਾਂ ਤੁਹਾਡੇ ਕੋਲ ਪਹਿਲਾਂ ਹੀ ਟਾਈਮ ਥੋੜ੍ਹਾ ਹੈ ਅਤੇ ਤੁਸੀਂ ਹੋਰ ਉਲਝੇ ਜਾਓਗੇ। ਤੁਹਾਨੂੰ ਪੇਪਰ ਵਿੱਚ ਇਸ ਫਾਰਮੂਲੇ ਤੋਂ ਸਵਾਲ ਆਉਣਗੇ, ਫੋਰਸ ਇਜ਼ ਇਕੁਅਲ ਟੂ ਮਾਸ, ਉਹ ਤੁਹਾਨੂੰ ਮਾਸ ਦੱਸ ਦੇਣਗੇ, ਐਕਸਲਰੇਸ਼ਨ ਦੱਸ ਦੇਣਗੇ, ਤਾਂ ਫੋਰਸ ਤੁਸੀਂ ਕੱਢਣੀ ਹੋਊਗੀ, ਜਾਂ ਫਿਰ ਤੁਹਾਨੂੰ ਫੋਰਸ ਦੱਸ ਦੇਣਗੇ ਜਾਂ ਮਾਸ ਦੱਸ ਦੇਣਗੇ ਅਤੇ ਤੁਸੀਂ ਐਕਸਲਰੇਸ਼ਨ ਕੱਢਣੀ ਹੋਊਗੀ। ਇਸ ਫਾਰਮੂਲੇ ਵਿੱਚੋਂ ਤੁਸੀਂ ਐਂ ਵੀ ਲਿਖ ਸਕਦੇ ਹੋ ਫੋਰਸ ਇਜ਼ ਇਕੁਅਲ ਟੂ M। ਆਪਾਂ ਨੂੰ ਪਤਾ ਜਿਹੜੀ ਐਕਸਲਰੇਸ਼ਨ ਹੁੰਦੀ ਆ ਉਹ ਚੇਂਜ ਇਨ ਮੋਮੈਂਟਮ ਹੁੰਦਾ। ਹੁਣ ਜਿਹੜਾ ਚੇਂਜ ਇਨ ਵੈਲੋਸਿਟੀ ਹੁੰਦਾ, ਜਿਹੜਾ ਵੈਲੋਸਿਟੀ ਆ ਚੇਂਜ ਦਾ ਸਾਈਨ ਆਹ ਟ੍ਰਾਇੰਗਲ ਹੁੰਦਾ, ਵੈਲੋਸਿਟੀ ਵਿੱਚ ਘਾਟਾ ਜਾਂ ਵਾਧਾ ਬਟਾ ਟਾਈਮ। ਆਪਾਂ ਇਸ ਤਰੀਕੇ ਨਾਲ ਵੀ ਲੈ ਸਕਦੇ ਹਾਂ,
ਆਪਾਂ ਇਸ ਫਾਰਮੂਲੇ 'ਚੋਂ ਵੈਲੋਸਿਟੀ ਵੀ ਕੱਢ ਸਕਦੇ ਹਾਂ ਅਤੇ ਟਾਈਮ ਦਾ ਪਤਾ ਲੱਗ ਸਕਦਾ ਜੇ ਉਹਨਾਂ ਨੇ ਟਾਈਮ ਦਿੱਤਾ ਹੋਵੇ ਤਾਂ। ਉਹਦੇ ਬਾਅਦ ਇੱਕ ਜਿਹੜੀ ਮੇਨ ਗੱਲ ਆ, ਆਪਾਂ ਨੂੰ ਸੈਕਿੰਡ ਲਾਅ ਤੋਂ ਇਹ ਪਤਾ ਲੱਗਦੀ ਹੈ ਵੀ ਜਿਹੜਾ ਇਹ ਲਾਅ ਹੈ ਇਹ ਰੀਅਲ ਲਾਅ ਆਫ ਮੋਸ਼ਨ ਆ। ਹੁਣ ਇਹਨੂੰ ਰੀਅਲ ਲਾਅ ਆਫ ਮੋਸ਼ਨ ਕਾਹਤੋਂ ਕਹਿੰਦੇ ਪਏ ਆ, ਇਹਨੂੰ ਰੀਅਲ ਲਾਅ ਆਫ ਮੋਸ਼ਨ ਤਾਂ ਕਹਿੰਦੇ ਆ ਜੀ ਕਿਉਂਕਿ ਜਿਹੜਾ ਪਹਿਲੇ ਲਾਅ ਦਾ ਫਾਰਮੂਲਾ ਆਊਗਾ ਕੋਈ ਵੀ ਜਿਹੜਾ ਆਉਂਦਾ ਹੈ ਅਤੇ ਜਿਹੜਾ ਤੀਜੇ ਲਾਅ ਦਾ ਫਾਰਮੂਲਾ ਆਉਂਦਾ ਹੈ ਉਹ ਆਪਾਂ ਇਸ ਲਾਅ ਤੋਂ ਬਣਾ ਸਕਦੇ ਹਾਂ, ਪਰ ਪਹਿਲੇ ਲਾਅ ਤੋਂ ਆਪਾਂ ਦੂਜੇ ਲਾਅ ਦਾ ਫਾਰਮੂਲਾ ਨਹੀਂ ਬਣਾ ਸਕਦੇ ਅਤੇ ਨਾ ਹੀ ਤੀਜੇ ਲਾਅ ਤੋਂ ਆਪਾਂ ਦੂਜੇ ਲਾਅ ਦਾ ਫਾਰਮੂਲਾ ਬਣਾ ਸਕਦੇ ਹਾਂ, ਕਿਉਂਕਿ ਦੂਜਾ ਲਾਅ ਜਿਹੜਾ ਉਹ ਪਹਿਲੇ ਲਾਅ ਨੂੰ ਵੀ ਸਿੱਧ ਕਰਦਾ ਅਤੇ ਜਿਹੜਾ ਤੀਜਾ ਲਾਅ ਹੈ ਇਹਨੂੰ ਵੀ ਸਿੱਧ ਕਰਦਾ। ਇਸੇ ਕਰਕੇ ਇਹਨੂੰ ਆਪਾਂ ਰੀਅਲ ਲਾਅ ਆਫ ਮੋਸ਼ਨ ਕਹਿੰਦੇ ਹਾਂ। ਇਹ ਚੀਜ਼ ਬਹੁਤ ਇੰਪੋਰਟੈਂਟ ਆ, ਉਹ ਤੁਹਾਨੂੰ ਉੱਥੇ ਪੁੱਛ ਸਕਦੇ ਆ ਵੀ ਹਾਂ ਦੱਸੋ ਕਿਹੜਾ ਲਾਅ ਆਫ ਮੋਸ਼ਨ ਆ ਜਿਹੜਾ ਨਿਊਟਨ ਦਾ ਉਹ ਰੀਅਲ ਲਾਅ ਆਫ ਮੋਸ਼ਨ ਆ, ਗਤੀ ਦਾ ਸੱਚਾ ਨਿਯਮ ਆ, ਤਾਂ ਤੁਸੀਂ ਉੱਥੇ ਸੈਕਿੰਡ ਲਾਅ 'ਤੇ ਟਿਕ ਕਰ ਦੋਗੇ। ਉਦੋਂ ਬਾਅਦ ਆਪਣੇ ਕੋਲ ਆਉਂਦਾ ਜੀ ਤੀਜਾ ਲਾਅ ਨਿਊਟਨ ਦਾ, ਥਰਡ ਲਾਅ ਆਫ ਮੋਸ਼ਨ। ਇਹਦੇ ਵਿੱਚ ਨਿਊਟਨ ਕੀ ਦੱਸਦਾ ਜੀ, ਟੂ ਐਵਰੀ ਐਕਸ਼ਨ ਦੇਅਰ ਇਜ਼ ਐਨ ਇਕੁਅਲ ਐਂਡ ਓਪੋਜ਼ਿਟ ਰਿਐਕਸ਼ਨ। ਪੰਜਾਬੀ ਵਿੱਚ ਕਹਿੰਦੇ ਜਦੋਂ ਕੋਈ ਵੀ ਇੱਕ ਕਿਰਿਆ ਹੁੰਦੀ ਆ ਤਾਂ ਉਸ ਦੇ ਉਲਟ ਪ੍ਰਤੀਕਿਰਿਆ ਹੁੰਦੀ ਹੈ। ਕਿਰਿਆ ਅਤੇ ਪ੍ਰਤੀਕਿਰਿਆ ਉਲਟ ਅਤੇ ਬਰਾਬਰ ਹੁੰਦੀਆਂ ਹਨ। ਸਿੰਪਲ ਭਾਸ਼ਾ ਵਿੱਚ ਇਹ ਦੱਸਦਾ ਨਿਊਟਨ ਜੀ, ਜਦੋਂ ਕੋਈ ਵੀ ਕਿਰਿਆ ਹੁੰਦੀ ਆ, ਕੋਈ ਵੀ ਆਪਾਂ ਐਕਸ਼ਨ ਕਰਦੇ ਹਾਂ ਤਾਂ ਉਹਦਾ ਰਿਐਕਸ਼ਨ ਆਉਂਦਾ ਅਤੇ ਜਿਹੜਾ ਰਿਐਕਸ਼ਨ ਆ ਉਹ ਵੀ ਕਿਰਿਆ ਦੇ ਬਰਾਬਰ ਮਾਤਰਾ ਵਿੱਚ ਹੀ ਆਉਂਦਾ। ਹੁਣ ਲਾ ਲਓ ਤੁਸੀਂ ਕੋਈ ਸਪਰਿੰਗ ਆ, ਹੁਣ ਸਪਰਿੰਗ ਆ ਇੱਥੇ ਰੈਸਟ 'ਤੇ ਪਿਆ ਸੀਗਾ, ਜਦੋਂ ਤੁਸੀਂ ਕੋਈ ਫੋਰਸ ਨਹੀਂ ਲਾਈ ਉਦੋਂ ਬਾਅਦ ਤੁਸੀਂ ਇਹਨੂੰ ਖਿੱਚਤਾ, ਇੰਨਾ ਖਿੱਚਤਾ ਤੁਸੀਂ, ਜਦੋਂ ਇਹਨੂੰ ਖਿੱਚ ਕੇ ਤੁਸੀਂ ਛੱਡਿਆ ਆ ਤੁਸੀਂ ਐਕਸ਼ਨ ਕਰਤਾ, ਉਦੋਂ ਬਾਅਦ ਜਿਹੜਾ ਰਿਐਕਸ਼ਨ ਆ ਇਹ ਓਨਾ ਹੀ ਪਿੱਛੇ ਚਲਾ ਜਾਏਗਾ। ਇਹਨੂੰ ਇੱਥੇ ਰੁਕ ਜਾਣਾ ਚਾਹੀਦਾ ਸੀਗਾ ਕਿਉਂਕਿ ਇਹ ਇਹਦੀ ਮੇਨ ਪੋਜੀਸ਼ਨ ਸੀਗੀ, ਪਰ ਇਹਨੇ ਰਿਐਕਸ਼ਨ ਦਿੱਤਾ ਅਤੇ ਜਿੰਨਾ ਇਹ ਥੱਲੇ ਗਿਆ ਸੀ ਓਨਾ ਹੀ ਇਹ ਉੱਤੇ ਜਾਏਗਾ। ਇਸੇ ਤਰ੍ਹਾਂ ਲਾ ਲਓ ਤੁਸੀਂ ਕੋਈ ਬਾਲ ਆ, ਉਹਨੂੰ ਕੰਧ ਵੱਲ ਸੱਟਤਾ, ਜਿੰਨੀ ਤਾਕਤ ਨਾਲ ਤੁਸੀਂ ਬਾਲ ਨੂੰ ਕੰਧ ਵੱਲ ਸੱਟੋਗੇ, ਕੰਧ 'ਤੇ ਮਾਰੋਗੇ, ਉਨੀ ਤਾਕਤ ਨਾਲ ਬਾਲ ਜਿਹੜੀ ਉਹ ਤੁਹਾਡੇ ਵੱਲ ਆਊਗੀ, ਤੁਹਾਡੀ ਦਿਸ਼ਾ ਵੱਲ। ਹੁਣ ਜਿਹੜਾ ਆਹ ਹੈ ਇਹਦੇ ਵਿੱਚ ਆਪਣੇ ਕੋਲ ਆਹ ਫਾਰਮੂਲਾ ਆ ਜਾਂਦਾ, ਜਿੰਨੀ ਫੋਰਸ ਨਾਲ ਆਪਾਂ ਕਿਸੇ ਵਸਤੂ 'ਤੇ ਲਾਵਾਂਗੇ, ਜਿੰਨੀ ਫੋਰਸ ਉਹ ਉਨੀ ਉਲਟ ਲੱਗੇਗੀ ਆਪਣੇ 'ਤੇ। ਉਹੀ ਜਿਵੇਂ ਆਪਾਂ ਸਪਰਿੰਗ ਜਿੰਨੀ ਫੋਰਸ ਨਾਲ ਥੱਲੇ ਕੀਤਾ ਉਨੀ ਉਲਟ ਫੋਰਸ ਲੱਗ ਗਈ ਉਹਨੂੰ ਉੱਤੇ ਚੱਕਣ ਵਾਸਤੇ। ਇਸੇ ਤਰ੍ਹਾਂ ਇਹ ਜਿਹੜਾ ਤੀਜਾ ਲਾਅ ਹੈ। ਰੇਖਾਂਸ਼ੀ ਸੰਵੇਗ ਦੀਆਂ ਯੂਨਿਟਸ ਦੱਸਣ ਵਾਲੀਆਂ ਰਹਿ ਗਈਆਂ ਸੀਗੀਆਂ। ਜਿਹੜੀਆਂ ਰੇਖਾਂਸ਼ੀ ਸੰਵੇਗ ਦੀਆਂ ਯੂਨਿਟਸ ਹੁੰਦੀਆਂ ਇਹ ਹੁੰਦੀਆਂ ਜੀ ਕਿਲੋਗ੍ਰਾਮ ਮੀਟਰ ਪਰ ਸੈਕਿੰਡ। ਇਹਨੂੰ ਆਪਾਂ ਐਂ ਵੀ ਲਿਖ ਸਕਦੇ ਹਾਂ ਕਿਲੋਗ੍ਰਾਮ ਮੀਟਰ ਸੈਕਿੰਡ ਇਨਵਰਸ 1। ਅਗਲਾ ਟੌਪਿਕ ਆਉਂਦਾ ਜੀ ਇੰਪਲਸ ਭਾਵ ਆਵੇਗ। ਹੁਣ ਆਵੇਗ ਤੋਂ ਕੀ ਮਤਲਬ ਹੈ ਜੀ, ਕਿਸੇ ਵੀ ਵਸਤੂ 'ਤੇ ਥੋੜ੍ਹੇ ਸਮੇਂ ਲਈ ਲੱਗਣ ਵਾਲੇ ਬਲ ਨੂੰ ਆਪਾਂ ਇੰਪਲਸ ਕਹਿੰਦੇ ਹਾਂ, ਭਾਵ ਆਵੇਗ ਕਹਿੰਦੇ ਹਾਂ। ਉਹ ਬਲ ਜੋ ਕਿਸੇ ਵਸਤੂ 'ਤੇ ਥੋੜ੍ਹੇ ਸਮੇਂ ਲਈ ਲੱਗਦਾ ਹੈ ਉਹਨੂੰ ਆਪਾਂ ਆਵੇਗ ਕਹਿੰਦੇ ਹਾਂ। ਹੁਣ ਇਹਦਾ ਫਾਰਮੂਲਾ ਕੀ ਹੁੰਦਾ ਜੀ, ਫੋਰਸ ਗੁਣਾ ਟਾਈਮ F × T। ਹੁਣ ਇਹਦੇ ਵਿੱਚ ਜਿਹੜੀ ਫੋਰਸ ਦੀ ਮਾਤਰਾ ਹੁੰਦੀ ਹੈ ਇਹ ਜ਼ਿਆਦਾ ਹੁੰਦੀ ਆ ਅਤੇ ਜਿਹੜਾ ਟਾਈਮ ਆ ਉਹ ਬਹੁਤ ਘੱਟ ਹੁੰਦਾ। ਹੁਣ ਇਹਦੇ ਜਿਹੜੇ ਯੂਨਿਟਸ ਨਿਕਲ ਕੇ ਆਉਣਗੇ ਜੀ, ਆਪਾਂ ਨੂੰ ਪਤਾ ਫੋਰਸ ਦੀਆਂ ਯੂਨਿਟਸ ਹੁੰਦੀਆਂ ਨਿਊਟਨ ਅਤੇ ਜਿਹੜਾ ਟਾਈਮ ਹੁੰਦਾ ਇਹ ਸੈਕਿੰਡਸ ਵਿੱਚ ਹੁੰਦਾ, ਇਸੇ ਕਰਕੇ ਇਹਦੀਆਂ ਯੂਨਿਟਸ ਆ ਜਾਣਗੀਆਂ ਜੀ ਨਿਊਟਨ ਸੈਕਿੰਡ। ਹੁਣ ਇਹਦੀ ਐਗਜ਼ਾਮਪਲ, ਜੇ ਤੁਸੀਂ ਐਗਜ਼ਾਮਪਲ ਨਾਲ ਆਪਾਂ ਨੂੰ ਵੀ ਇੰਪਲਸ ਦਾ ਪਤਾ ਕਿਵੇਂ ਲੱਗੇਗਾ, ਇਹਦੀ ਐਗਜ਼ਾਮਪਲ ਇਹ ਹੁੰਦੀ ਹੈ ਜੀ, ਜਦੋਂ ਆਪਾਂ ਕੋਈ ਮੇਖ ਠੋਕਦੇ ਹਾਂ ਹਥੌੜੇ ਨਾਲ ਤਾਂ ਹਥੌੜਾ 1 ਸੈਕਿੰਡ ਲਈ ਲੱਗਦਾ ਮੇਖ 'ਤੇ, ਤਾਂ ਮੇਖ ਪੂਰੀ ਤਰ੍ਹਾਂ ਕਿਸੇ ਲੱਕੜ ਵਿੱਚ ਲੱਗ ਜਾਂਦੀ ਹੈ। ਜਾਂ ਫਿਰ ਲਾ ਲਓ ਜਦੋਂ ਆਪਾਂ ਕਿਸੇ ਬਾਲ ਨੂੰ ਕਿੱਕ ਕਰਦੇ ਹਾਂ, ਹੁਣ ਆਪਾਂ ਜਦੋਂ ਕਿਸੇ ਬਾਲ ਨੂੰ ਕਿੱਕ ਕਰਦੇ ਹਾਂ ਤਾਂ ਬਹੁਤ ਲੰਬੇ ਸਮੇਂ ਲਈ ਤਾਂ ਨਹੀਂ ਕਿਸੇ ਫੋਰਸ ਨੂੰ ਲਾਉਂਦੇ ਹਾਂ, ਉਹ ਸੈਕਿੰਡ ਵਾਸਤੇ ਲੱਗਦੀ ਹੈ ਫੋਰਸ ਅਤੇ ਬਾਲ ਕਿੰਨੀ ਦੂਰ ਚਲੀ ਜਾਂਦੀ ਹੈ। ਇਸ ਤਰ੍ਹਾਂ ਦੀ ਆਪਾਂ ਜਿਹੜੀ ਫੋਰਸ ਹੁੰਦੀ ਆ ਉਹਨੂੰ ਆਪਾਂ ਇੰਪਲਸ ਕਹਿੰਦੇ ਹਾਂ। ਉਦੋਂ ਆਪਾਂ ਅਗਲੇ ਟੌਪਿਕ 'ਤੇ ਵੱਧਦੇ ਹਾਂ ਜੀ। ਉਹਦੇ ਬਾਅਦ ਆਪਣੇ ਕੋਲ ਅਗਲਾ ਟੌਪਿਕ ਆਉਂਦਾ ਜੀ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ, ਰੇਖਾਂਸ਼ੀ ਸੰਵੇਗ ਦਾ ਸੁਰੱਖਿਅਨ। ਹੁਣ ਇਹਦੇ ਤੋਂ ਕੀ ਭਾਵ ਹੈ ਜੀ, ਇਹ ਹੁੰਦਾ ਜੀ ਕਿਸੇ ਵੀ ਸਿਸਟਮ ਆਫ ਪਾਰਟੀਕਲਸ ਦਾ ਜਿਹੜਾ ਟੋਟਲ ਮੋਮੈਂਟਮ ਆ ਉਹ ਹਮੇਸ਼ਾ ਕੰਜ਼ਰਵ ਰਹਿੰਦਾ ਹੈ। ਇਹ ਨਿਊਟਨ ਦੇ ਤੀਜੇ ਲਾਅ ਤੋਂ ਅੱਗੇ ਚੱਲਿਆ। ਹੁਣ ਆਪਾਂ ਨੂੰ ਪਤਾ ਵੀ ਨਿਊਟਨ ਦਾ ਤੀਜਾ ਲਾਅ ਕਹਿੰਦਾ
ਵੀ ਜਿਹੜੀ ਫੋਰਸ ਲੱਗਦੀ ਆ ਐਕਸ਼ਨ ਵਾਲੀ ਉਹ ਰਿਐਕਸ਼ਨ ਦੇ ਬਰਾਬਰ ਤੇ ਆਪੋਜ਼ਿਟ ਹੁੰਦੀ ਆ। ਠੀਕ ਹੈ ਜੀ। ਹੁਣ ਆਪਾਂ ਨੂੰ ਪਤਾ ਜਦੋਂ ਬੁਲਟ ਆ ਜੇ ਕੋਈ ਫਾਇਰ ਕੀਤੀ ਆਪਾਂ ਕਿਸੇ ਗਨ 'ਚੋਂ ਤਾਂ ਜਿਹੜੀ ਗਨ ਨੇ ਫੋਰਸ ਲਾਈ ਬੁਲਟ ਨੂੰ ਇੰਨੀ ਸਪੀਡ ਨਾਲ ਜਾਣ ਲਈ, ਤਾਂ ਬੁਲਟ ਵੀ ਉਹਦੇ 'ਤੇ ਗਨ 'ਤੇ ਉਨੀ ਫੋਰਸ ਲਾਏਗੀ ਆਪੋਜ਼ਿਟ ਡਾਇਰੈਕਸ਼ਨ ਵਿੱਚ, ਕਿਉਂਕਿ ਇਹ ਨਿਊਟਨ ਦਾ ਤੀਜਾ ਲਾਅ ਹੈ। ਨਿਊਟਨ ਦਾ ਤੀਜਾ ਲਾਅ ਇਹੀ ਕਹਿੰਦਾ ਵੀ ਫੋਰਸ ਜਿਹੜੀ ਆ ਉਹ ਐਕਸ਼ਨ ਦੀ ਫੋਰਸ ਆ ਉਹ ਰਿਐਕਸ਼ਨ ਦੀ ਫੋਰਸ ਤੋਂ ਆਪੋਜ਼ਿਟ ਹੋਏਗੀ। ਅਤੇ ਇਸੇ ਕਰਕੇ ਹੁਣ ਜਿਹੜੀ ਇਹ ਫੋਰਸ ਸੀਗੀ ਉਹ ਕੁਛ ਟਾਈਮ ਲਈ ਲੱਗੀ, ਮੰਨ ਲਓ 1 ਸੈਕਿੰਡ ਲਈ ਲੱਗੀ, ਪਰ ਕੋਈ ਟਾਈਮ ਲਈ ਲੱਗੀ, ਭਾਵ ਆਪਾਂ ਨੂੰ ਸਮਾਂ ਵੀ ਚੇਂਜ ਇਨ ਟਾਈਮ ਵੀ ਲੱਗੇਗਾ, ਨਾਲ ਮਲਟੀਪਲਾਈ ਹੋ ਜਾਏਗਾ, ਫਿਰ ਕਿਸੇ ਸਮੇਂ ਲਈ ਲੱਗੀ। ਤਾਂ ਹੁਣ ਜਿਹੜਾ ਚੇਂਜ ਇਨ ਟਾਈਮ ਇਨਟੂ ਫੋਰਸ ਹੁੰਦੀ ਆ ਇਹਨੂੰ ਆਪਾਂ ਕੀ ਕਹਿੰਦੇ ਆ? ਇਹਨੂੰ ਆਪਾਂ ਕਹਿੰਦੇ ਆ ਜੀ ਮੋਮੈਂਟਮ। ਹੁਣ ਮੋਮੈਂਟਮ ਤੁਸੀਂ ਕਹੋਗੇ ਵੀ ਮੋਮੈਂਟਮ ਕਿੱਥੋਂ ਆ ਗਿਆ ਚੇਂਜ ਇਨ ਟਾਈਮ ਇਨਟੂ ਫੋਰਸ, ਕਿਉਂਕਿ ਮੋਮੈਂਟਮ ਦਾ ਜਿਹੜਾ ਫਾਰਮੂਲਾ ਹੁੰਦਾ ਉਹ ਤਾਂ ਹੁੰਦਾ ਜੀ m×v। ਹੁਣ ਜਿਹੜਾ ਆਪਾਂ ਨੂੰ ਪਤਾ ਵੀ ਫੋਰਸ ਦਾ ਕੀ ਹੁੰਦਾ ਫਾਰਮੂਲਾ, ਫੋਰਸ ਹੁੰਦੀ ਆ ਆਪਣੇ ਕੋਲੇ ਜੀ m×a। ਹੁਣ a ਦਾ ਫਾਰਮੂਲਾ ਕੀ ਹੁੰਦਾ ਜੀ? ਵੈਲੋਸਿਟੀ ਓਵਰ ਚੇਂਜ ਇਨ ਟਾਈਮ। ਹੁਣ ਇੱਥੇ ਵੀ ਇੱਕ ਟਾਈਮ ਸੀਗਾ ਆਪਣੇ ਕੋਲੇ, ਨਾਲ ਟਾਈਮ ਨਾਲ ਟਾਈਮ ਵੱਢਿਆ ਜਾਏਗਾ ਅਤੇ m ਤੇ v ਆ ਗਿਆ। ਹੁਣ m ਵੀ ਕੀ ਹੁੰਦਾ ਜੀ? ਮੋਮੈਂਟਮ। ਇਸੇ ਕਰਕੇ ਆਪਾਂ ਇੱਥੇ ਮੋਮੈਂਟਮ ਲਿਖ ਸਕਦੇ ਹਾਂ। ਹੁਣ ਜਿਹੜਾ ਮੋਮੈਂਟਮ ਆ ਉਹ ਮਾਈਨਸ ਮੋਮੈਂਟਮ ਆਪੋਜ਼ਿਟ ਮੋਮੈਂਟਮ ਦੇ ਆ ਗਿਆ ਇਕੁਅਲ। ਆਹ ਮੋਮੈਂਟਮ ਲਾ ਲਓ ਬੁਲਟ ਦਾ ਸੀਗਾ, ਆਹ ਮੋਮੈਂਟਮ ਲਾ ਲਓ ਗਨ ਦਾ ਸੀਗਾ। ਹੁਣ ਜਿਹੜਾ ਬੁਲਟ ਦਾ ਮੋਮੈਂਟਮ ਆ ਉਹ ਗਨ ਦੇ ਮੋਮੈਂਟਮ ਦੇ ਬਰਾਬਰ ਆ ਗਿਆ। ਹੁਣ ਆਪਾਂ ਤਾਂ ਜਿਹੜੀ ਡੈਫੀਨੇਸ਼ਨ ਦੱਸੀ ਸੀਗੀ ਬਈ ਕਿਸੇ ਵੀ ਸਿਸਟਮ ਦਾ, ਹੁਣ ਆ ਜਿਹੜਾ ਗਨ ਅਤੇ ਬੁਲਟ ਆ ਇਹ ਇੱਕ ਸਿਸਟਮ ਹੋ ਗਿਆ, ਇਹਦਾ ਜਿਹੜਾ ਮੋਮੈਂਟਮ ਆ ਉਹ ਬਰਾਬਰ ਰਹੇਗਾ। ਹੁਣ ਜਿੰਨਾ ਮੋਮੈਂਟਮ ਬੁਲਟ ਨੇ ਲਾਇਆ ਗਨ 'ਤੇ ਉਨਾ ਹੀ ਗਨ ਨੇ ਲਾਇਆ ਓਪੋਜ਼ਿਟ ਡਾਇਰੈਕਸ਼ਨ ਵਿੱਚ, ਇਹ ਇੱਕ ਦੂਜੇ ਨਾਲ ਕੈਂਸਲ ਹੋ ਜਾਏਗਾ ਅਤੇ 0 ਆ ਜਾਏਗਾ, ਭਾਵ ਮੋਮੈਂਟਮ ਵਿੱਚ ਕੋਈ ਚੇਂਜ ਨਹੀਂ ਆਇਆ। ਇਸੇ ਨਾਲ ਆਪਾਂ ਜਿਹੜਾ ਇਹਨੂੰ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਕਹਿੰਦੇ ਹਾਂ। ਹੁਣ ਇਹ ਜਿਹੜੀ ਗੱਲ ਮੈਂ ਤੁਹਾਨੂੰ ਪਿੱਛੇ ਸਮਝਾਈ ਇਹ ਸਿਰਫ ਅਤੇ ਸਿਰਫ ਆਈਸੋਲੇਟਡ ਸਿਸਟਮ। ਹੁਣ ਆਈਸੋਲੇਟਡ ਤੋਂ ਭਾਵ ਆਪਦੇ ਆਸੇ ਪਾਸੇ ਦੇ ਇਨਵਾਇਰਮੈਂਟ ਦਾ ਇਹਦੇ 'ਤੇ ਕੋਈ ਪ੍ਰਭਾਵ ਨਾ ਹੋਵੇ, ਭਾਵ ਜੇ ਆਪਾਂ ਬੁਲਟ ਚਲਾਈ ਆ ਤਾਂ ਕੋਈ ਹਵਾ ਹੁਵਾ ਨਾ ਹੋਵੇ, ਕੁਛ ਨਾ ਹੋਵੇ, ਆਪਾਂ ਐਵੇਂ ਦੀ ਸਿਚੁਏਸ਼ਨ ਲੈ ਕੇ ਚੱਲਣੀ ਆ। ਜੇ ਜਿਹੜਾ ਕੰਜ਼ਰਵੇਸ਼ਨ ਆਫ ਮੋਮੈਂਟਮ ਹੈ ਜਿਹੜਾ ਉਹ ਲਾਗੂ ਹੋਵੇ ਤਾਂ ਇਕੱਲਾ ਇਸੇ ਸਿਸਟਮ 'ਤੇ ਲਾਗੂ ਹੋਊਗਾ ਜਿਹੜੇ 'ਤੇ ਇਹ ਆਪਦੇ ਆਸੇ ਪਾਸੇ ਦੇ ਇਨਵਾਇਰਮੈਂਟ ਦਾ ਕੋਈ ਪ੍ਰਭਾਵ ਨਹੀਂ ਗਾ। ਹੁਣ ਆਪਾਂ ਪਿੱਛੇ ਤੁਹਾਨੂੰ ਦੱਸਿਆ ਸੀਗਾ ਜਿਹੜਾ ਮੋਮੈਂਟਮ ਆ ਉਹ ਮੋਮੈਂਟਮ ਆਫ ਜਿਹੜਾ ਬੁਲਟ ਸੀਗਾ ਉਹ ਮੋਮੈਂਟਮ ਆਫ ਗਨ ਦੇ ਬਰਾਬਰ ਆ ਗਿਆ ਸੀਗਾ ਅਤੇ ਓਪੋਜ਼ਿਟ ਸੀਗਾ। ਹੁਣ ਜਦੋਂ ਆਪਾਂ ਮਾਈਨਸ ਵਾਲੇ ਨੂੰ ਇੱਧਰ ਲੈ ਕੇ ਜਾਵਾਂਗੇ ਤਾਂ ਇਹ ਪਲੱਸ ਹੋ ਜਾਏਗਾ ਅਤੇ ਇੱਧਰ ਆਪਣੇ ਕੋਲ 0 ਰਹਿ ਜਾਏਗੀ। ਮੋਮੈਂਟਮ ਆਫ ਬੁਲਟ ਪਲੱਸ ਮੋਮੈਂਟਮ ਆਫ ਗਨ ਇਜ਼ ਇਕੁਅਲ ਟੂ 0 ਆ ਜਾਏਗੀ। ਹੁਣ ਉਦੋਂ ਬਾਅਦ ਆ ਗਿਆ ਆਪਣੇ ਕੋਲ ਜੀ। ਹੁਣ ਆਪਾਂ ਨੂੰ ਪਤਾ ਜਿਹੜਾ ਮੋਮੈਂਟਮ ਦਾ ਫਾਰਮੂਲਾ ਹੁੰਦਾ m1 ਅਤੇ v1 ਹੁੰਦਾ। ਲਾ ਲਓ ਹੁਣ m1 ਆ ਜਿਹੜਾ ਉਹ ਬੁਲਟ ਗਨ ਦਾ ਮਾਸ ਹੈ ਅਤੇ ਜਿਹੜਾ v1 ਆ ਉਹ ਗਨ ਦੀ ਵੈਲੋਸਿਟੀ ਹੈ ਜਿਹਦੇ ਨਾਲ ਉਹ ਪਿੱਛੇ ਨੂੰ ਗਈ, ਅਤੇ ਜਿਹੜਾ ਆਹ ਹੈ m2 ਇਹ ਬੁਲਟ ਦਾ ਮਾਸ ਆ, ਅਤੇ ਜਿਹੜਾ v2 ਆ ਇਹ ਬੁਲਟ ਦੀ ਸਪੀਡ ਆ ਜਿਹਦੇ ਨਾਲ ਬੁਲਟ ਅੱਗੇ ਗਈ। ਉਦੋਂ ਬਾਅਦ ਜਦੋਂ ਆਪਾਂ ਇਹਨਾਂ ਦੋਵਾਂ ਨੂੰ ਇੱਧਰ ਲੈ ਕੇ ਜਾਵਾਂਗੇ ਤਾਂ ਇਹ ਮਾਈਨਸ 'ਚ ਆ ਜਾਏਗਾ, ਅਤੇ ਜਿਹੜਾ ਆਹ m ਇਹਨੂੰ ਥੱਲੇ ਲੈ ਜਾਵਾਂਗੇ ਤਾਂ ਆਪਣੇ ਕੋਲ ਆਹ v ਦੀ ਵੈਲਿਊ ਆ ਜਾਊਗੀ, ਅਤੇ ਆਹ ਆਪਣੇ ਕੋਲ ਇੱਕ ਫਾਰਮੂਲਾ ਆ ਜਾਏਗਾ v1 ਇਜ਼ ਇਕੁਅਲ ਟੂ m2 v2 ਓਵਰ m1। ਹੁਣ ਤੁਸੀਂ ਇਹ ਫਾਰਮੂਲਾ ਜਿਹੜਾ ਇੰਪੋਰਟੈਂਟ ਆ ਸਾਰੀ ਗੱਲ ਵਿੱਚ, ਆਹ ਫਾਰਮੂਲੇ 'ਚ ਤੁਹਾਨੂੰ ਨਿਊਮੈਰੀਕਲ ਆਏਗਾ, ਇਹ ਇੰਪੋਰਟੈਂਟ ਆ, ਇਹਨੂੰ ਨੋਟ ਕਰ ਲੈਣਾ। ਉਹ ਤੁਹਾਨੂੰ ਇਹਦੇ ਵਿੱਚ ਕੋਈ ਵੀ ਸਿਸਟਮ ਦੇ ਸਕਦੇ ਆ, ਕੋਈ ਵੀ ਦੋ ਦੇ ਦੇਣਗੇ ਵਸਤੂਆਂ ਵੀ ਉਹਨਾਂ ਦਾ ਮੋਮੈਂਟਮ ਆਏ ਸੀਗਾ, ਇੱਕ ਦਾ ਮਾਸ ਆਏ ਆ, ਵੈਲੋਸਿਟੀ ਆਏ ਆ, ਅਤੇ ਪਹਿਲੀ ਦਾ ਮਾਸ ਇੰਨਾ, ਉਹਦੀ ਵੈਲੋਸਿਟੀ ਕੱਢੋ। ਤੁਹਾਨੂੰ ਕੁਛ ਵੀ ਦੇ ਸਕਦੇ ਆ ਅਤੇ ਉਹਦਾ ਇਹਨਾਂ ਚਾਰਾਂ 'ਚੋਂ ਕੁਛ ਪੁੱਛ ਸਕਦੇ ਆ, 3 ਵੈਲਿਊਜ਼ ਦੱਸ ਦੇਣਗੇ ਅਤੇ ਚੌਥੀ ਦਾ ਉਹ ਪੁੱਛ ਲੈਣਗੇ।
ਇਸੇ ਕਰਕੇ ਤੁਸੀਂ ਆਹ ਜਿਹੜੇ ਫਾਰਮੂਲਾ ਇਹ ਯਾਦ ਕਰਨਾ। ਇਸ ਚੈਪਟਰ ਦੇ ਤੁਸੀਂ ਭਲਾ ਡੈਫੀਨੇਸ਼ਨਸ ਵੱਲ ਇੰਨਾ ਧਿਆਨ ਨਾ ਦਿਓ, ਇਕੱਲੇ ਫਾਰਮੂਲੇ ਯਾਦ ਕਰਕੇ ਚਲੇ ਜਾਓ, ਕਿਉਂਕਿ ਜ਼ਿਆਦਾਤਰ ਉਹ ਤੁਹਾਨੂੰ ਇਸ ਜਿਹੜਾ ਚੈਪਟਰ ਆ ਇਹਦੇ 'ਚ ਨੂਮੈਰੀਕਲ ਹੀ ਪੁੱਛਣਗੇ। ਉਹਦੇ ਬਾਅਦ ਆਪਣੇ ਕੋਲ ਲਾਸਟ ਟੌਪਿਕ ਆਉਂਦਾ ਜੀ ਫ੍ਰਿਕਸ਼ਨ, ਰਗੜ ਬਲ। ਹੁਣ ਰਗੜ ਬਲ ਤੋਂ ਆਪਣੇ ਕੋਲ ਕੀ ਭਾਵ ਹੈ? ਉਹ ਵਿਰੋਧੀ ਬਲ ਜੋ ਕਿਸੇ ਵਸਤੂ ਦੀ ਗਤੀ ਦਾ ਵਿਰੋਧ ਕਰਦਾ ਹੈ, ਉਹਨੂੰ ਆਪਾਂ ਫ੍ਰਿਕਸ਼ਨ ਕਹਿੰਦੇ ਹਾਂ। ਸਿੰਪਲ ਵਰਡਸ ਵਿੱਚ ਲਾ ਲਈਏ ਤਾਂ ਆਪਾਂ ਮੰਨ ਲਓ ਹੁਣ ਜੇ ਕੋਈ ਬਾਲ ਆ ਉਹਨੂੰ ਆਪਾਂ ਰੋੜ ਦਿੰਦੇ ਹਾਂ ਤਾਂ ਉਹ ਥੋੜ੍ਹੇ ਟਾਈਮ ਬਾਅਦ ਰੁਕ ਜਾਂਦੀ ਆ, ਅਤੇ ਜਿਹੜੀ ਫੋਰਸ ਲੱਗਦੀ ਆ ਉਹਦੇ 'ਤੇ ਉਹਨੂੰ ਰੋਕਣ ਲਈ, ਉਹ ਫੋਰਸ ਨੂੰ ਆਪਾਂ ਫ੍ਰਿਕਸ਼ਨ ਕਹਿੰਦੇ ਹਾਂ। ਇਹ ਹਰੇਕ ਥਾਂ 'ਤੇ ਲੱਗਦੀ ਆ ਫੋਰਸ। ਜਦੋਂ ਆਪਾਂ ਤੁਰਦੇ ਹਾਂ, ਆਪਣੇ ਪੈਰ ਜਿਹੜੇ ਧਰਤੀ 'ਤੇ ਘਸੀਟਦੇ ਆ ਤਾਂ ਉਹ ਆਪਣੇ ਪੈਰਾਂ 'ਤੇ ਵੀ ਲੱਗਦੀ ਹੈ, ਤਾਂ ਕਰਕੇ ਆਪਣੇ ਜਿਹੜੀ ਫੋਰਸ ਲੱਗਦੀ ਆ ਆਪਣੇ ਤੁਰਨ ਲੱਗਿਆਂ। ਹੋਰ ਵੀ ਕਿੰਨੀਆਂ ਥਾਵਾਂ 'ਤੇ ਲੱਗਦੀ ਹੈ। ਇਹ ਜਿਹੜੀ ਫ੍ਰਿਕਸ਼ਨ ਆ, ਰਗੜ ਬਲ ਆ, ਇਹ 3 ਤਰ੍ਹਾਂ ਦਾ ਹੁੰਦਾ, 3 ਪ੍ਰਕਾਰ ਦਾ। ਪਹਿਲਾ ਫ੍ਰਿਕਸ਼ਨ ਦੀ ਟਾਈਪ ਹੁੰਦੀ ਹੈ ਸਟੈਟਿਕ, ਸਥਾਈ ਰਗੜ ਬਲ। ਦੂਜਾ ਹੁੰਦਾ ਜੀ ਲਿਮਟਿੰਗ ਫ੍ਰਿਕਸ਼ਨ, ਅਤੇ ਤੀਜਾ ਹੁੰਦਾ ਡਾਇਨਾਮਿਕ ਫ੍ਰਿਕਸ਼ਨ। ਹੁਣ ਜਿਹੜਾ ਸਥਾਈ ਫ੍ਰਿਕਸ਼ਨ ਹੁੰਦਾ, ਸਟੈਟਿਕ ਫ੍ਰਿਕਸ਼ਨ, ਇਹ ਉਦੋਂ ਕਿਸੇ ਵਸਤੂ 'ਤੇ ਲੱਗਦਾ ਜਦੋਂ ਕੋਈ ਵਸਤੂ ਜਿਹੜੀ ਇੱਕ ਥਾਂ 'ਤੇ ਖੜੀ ਹੋਵੇ। ਹੁਣ ਮੰਨ ਲਓ ਕੋਈ ਪੱਥਰ ਖੜਾ ਹੋਇਆ ਇੱਕ ਥਾਂ 'ਤੇ, ਤੁਸੀਂ ਉਹਦੇ 'ਤੇ ਧੱਕਾ ਮਾਰੀ ਜਾਂਦੇ ਹੋ ਪਰ ਉਹ ਨਹੀਂ ਚੱਲ ਰਿਹਾ। ਹੁਣ ਜਿਹੜੀ ਫੋਰਸ ਆ ਉਹਨੂੰ ਨਹੀਂ ਚੱਲਣ ਦੇ ਰਹੀ, ਉਹਨੂੰ ਆਪਾਂ ਕਹਾਂਗੇ ਜੀ ਸਟੈਟਿਕ ਫ੍ਰਿਕਸ਼ਨ, ਕਿਉਂਕਿ ਉਹ ਇੱਕ ਥਾਂ 'ਤੇ ਖੜਾ ਹੈ, ਇਸੇ ਕਰਕੇ ਉਹਨੂੰ ਆਪਾਂ ਕਹਾਂਗੇ ਸਟੈਟਿਕ ਫ੍ਰਿਕਸ਼ਨ। ਉਦੋਂ ਬਾਅਦ ਜਿਹੜਾ ਲਿਮਟਿੰਗ ਫ੍ਰਿਕਸ਼ਨ ਆਪਣੇ ਕੋਲ ਆ ਜਾਂਦਾ। ਹੁਣ ਲਿਮਟਿੰਗ ਫ੍ਰਿਕਸ਼ਨ ਕਿਹੜਾ ਹੁੰਦਾ ਹੈ? ਜਦੋਂ ਕੋਈ ਵਸਤੂ ਹੈ ਜਿਹੜੀ ਆਪਾਂ ਉਹਦੇ 'ਤੇ ਪੂਰਾ ਜ਼ੋਰ ਲਾਇਆ ਹੋਇਆ, ਮੰਨ ਲਓ ਕੋਈ ਬਾਕਸ ਆ, ਇਹਦੇ ਤੁਸੀਂ ਪੂਰਾ ਜ਼ੋਰ ਲਾਇਆ ਹੋਇਆ, ਅਤੇ ਬਸ ਜੇ ਤੁਸੀਂ ਥੋੜ੍ਹਾ ਜਿਹਾ ਹੋਰ ਜ਼ੋਰ ਲਾ ਦਿਓ, ਥੋੜ੍ਹਾ ਜਿਹਾ ਹੀ ਜ਼ੋਰ, ਤਾਂ ਰੁੜਨ ਲੱਗ ਜੂਗਾ, ਇਹਦੇ ਮੋਸ਼ਨ ਵਿੱਚ ਆ ਜੂਗਾ ਇੱਕ ਥਾਂ ਤੋਂ ਖੜ੍ਹੇ ਤੋਂ। ਅਤੇ ਜਦੋਂ ਉਹ ਵਾਲਾ ਮੂਵਮੈਂਟ ਆਉਂਦਾ, ਜਦੋਂ ਇਹਦੇ 'ਤੇ ਬਿਲਕੁਲ ਥੋੜ੍ਹੀ ਜਿਹੀ ਹੋਰ ਫੋਰਸ ਲਾ ਕੇ ਇਹ ਗਤੀ ਵਿੱਚ ਆ ਜੇ, ਤਾਂ ਉਸ ਸਮੇਂ ਜਿਹੜਾ ਇਹਦੇ 'ਤੇ ਫ੍ਰਿਕਸ਼ਨ ਲੱਗ ਰਿਹਾ ਹੁੰਦਾ, ਜਿਹੜਾ ਇਹਦੇ ਮੋਸ਼ਨ ਨੂੰ ਅਪੋਜ਼ ਕਰ ਰਿਹਾ ਹੁੰਦਾ, ਉਸ ਤਰ੍ਹਾਂ ਦੇ ਫ੍ਰਿਕਸ਼ਨ ਨੂੰ ਆਪਾਂ ਕਹਾਂਗੇ ਜੀ ਲਿਮਿਟਿੰਗ ਫ੍ਰਿਕਸ਼ਨ। ਅਤੇ ਜਿਹੜਾ ਲਿਮਟਿੰਗ ਫ੍ਰਿਕਸ਼ਨ ਹੁੰਦਾ ਜੀ, ਇਹਦੀ ਇੱਕ ਚੀਜ਼ ਆਹ ਨੋਟ ਕਰਨ ਵਾਲੀ ਗੱਲ ਹੈ ਜੀ, ਜਿਹੜਾ ਲਿਮਟਿੰਗ ਫ੍ਰਿਕਸ਼ਨ ਹੁੰਦਾ ਇਹਦੀ ਵੈਲਿਊ ਇਹਨਾਂ ਦੋਵਾਂ ਫ੍ਰਿਕਸ਼ਨਸ ਤੋਂ ਜ਼ਿਆਦਾ ਹੁੰਦੀ ਆ। ਇਹ ਫ੍ਰਿਕਸ਼ਨ ਜਿਹੜਾ ਓਪੋਜ਼ਿਟ ਬਲ ਹੁੰਦਾ, ਇਹ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਜਦੋਂ ਲਿਮਟਿੰਗ ਟਾਈਪ 'ਤੇ ਆ ਜਾਂਦਾ, ਜਦੋਂ ਵਸਤੂ ਜਮਾਂ ਤੁਰਨ ਵਾਲੀ ਹੁੰਦੀ ਆ, ਉਦੋਂ ਸਭ ਤੋਂ ਜ਼ਿਆਦਾ ਵੈਲਿਊ ਲੱਗਦੀ ਹੈ। ਇਸ ਕਰਕੇ ਲਿਮਟਿੰਗ ਫ੍ਰਿਕਸ਼ਨ ਦੀ ਵੈਲਿਊ ਸਭ ਤੋਂ ਜ਼ਿਆਦਾ ਹੁੰਦੀ ਆ। ਉਦੋਂ ਘੱਟ ਹੁੰਦੀ ਹੈ ਜੀ ਸਟੈਟਿਕ ਫ੍ਰਿਕਸ਼ਨ ਦੀ, ਅਤੇ ਜਿਹੜੀ ਇਹ ਡਾਇਨਾਮਿਕ ਫ੍ਰਿਕਸ਼ਨ ਹੁੰਦਾ ਇਹ ਸਭ ਤੋਂ ਘੱਟ ਹੁੰਦਾ। ਕਿਉਂਕਿ ਦੇਖ ਲਓ ਜਦੋਂ ਆਪਾਂ ਕੋਈ ਵੀ ਵਸਤੂ ਖੜੀ ਹੋਈ ਆ, ਲਾ ਲਓ ਕੋਈ ਬਾਕਸ ਆ, ਇਹਨੂੰ ਧੱਕਾ ਮਾਰੀ ਜਾਂਦੇ ਤੁਸੀਂ, ਤਾਂ ਇਹਦੇ 'ਤੇ ਆਪਣੀ ਫੋਰਸ ਜ਼ਿਆਦਾ ਲੱਗਦੀ ਹੈ ਧੱਕਾ ਮਾਰਨ ਲੱਗਿਆ, ਜਦੋਂ ਤੱਕ ਇਹ ਰੁੜਦਾ ਨਹੀਂ ਗਾ ਪਹਿਲਾਂ। ਉਦੋਂ ਬਾਅਦ ਜਦੋਂ ਜਮਾਂ ਰੁੜਨ ਵਾਲਾ ਹੁੰਦਾ ਉਦੋਂ ਥੋੜ੍ਹੀ ਜਿਹੀ ਹੋਰ ਜ਼ਿਆਦਾ ਫੋਰਸ ਲੱਗਦੀ ਹੈ, ਪਰ ਜਦੋਂ ਇਹ ਰੁੜ ਜਾਂਦਾ ਇੱਕ ਵਾਰੀ ਗਤੀ ਵਿੱਚ ਆ ਜਾਂਦਾ, ਉਦੋਂ ਬਾਅਦ ਆਪਣੀ ਜਿਹੜੀ ਫੋਰਸ ਆ ਉਹ ਆਪਾਂ ਨੂੰ ਇੰਨੀ ਜ਼ਿਆਦਾ ਨਹੀਂ ਲਾਉਣੀ ਪੈਂਦੀ, ਜਦੋਂ ਇਹਨੂੰ ਰੋੜਨ ਲੱਗਿਆ ਲਾਉਣੀ ਪੈਂਦੀ ਹੈ। ਇਸੇ ਤਰ੍ਹਾਂ ਜਿਹੜਾ ਤੀਜਾ ਟਾਈਪ ਹੁੰਦਾ ਹੈ ਡਾਇਨਾਮਿਕ ਫ੍ਰਿਕਸ਼ਨ, ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਜਦੋਂ ਕੋਈ ਵਸਤੂ ਗਤੀ ਵਿੱਚ ਹੋਵੇ। ਡਾਇਨਾਮਿਕ ਦਾ ਭਾਵ ਹੁੰਦਾ ਜਦੋਂ ਕੋਈ ਵਸਤੂ ਗਤੀ ਵਿੱਚ ਹੋਵੇ, ਮੋਸ਼ਨ ਵਿੱਚ ਹੋਵੇ। ਲਾ ਲਓ ਕੋਈ ਫੁੱਟਬਾਲ ਆ, ਉਹਨੂੰ ਤੁਸੀਂ ਕਿੱਕ ਮਾਰਤੀ, ਹੁਣ ਉਹ ਰੁਕ ਗਈ ਥੋੜ੍ਹੇ ਟਾਈਮ ਬਾਅਦ, ਹੁਣ ਜਿਹੜੀ ਫੋਰਸ ਉਹਦੇ 'ਤੇ ਲੱਗੀ ਮੋਸ਼ਨ ਦੇ ਸਮੇਂ ਉਹਨੂੰ ਰੋਕਣ ਵੇਲੇ, ਉਹਨੂੰ ਆਪਾਂ ਕਹਾਂਗੇ ਡਾਇਨਾਮਿਕ ਫ੍ਰਿਕਸ਼ਨ, ਅਤੇ ਇਹਦੀ ਵੈਲਿਊ ਸਭ ਤੋਂ ਘੱਟ ਹੁੰਦੀ ਆ। ਅਤੇ ਉਦੋਂ ਬਾਅਦ ਜਿਹੜਾ ਆਹ ਹੁੰਦਾ ਜੀ, ਆਹ ਵੀ ਚੀਜ਼ ਇੰਪੋਰਟੈਂਟ ਆ, ਜਿਹੜਾ ਫ੍ਰਿਕਸ਼ਨ ਆ ਇਹ ਭਾਰ 'ਤੇ ਡਿਪੈਂਡ ਕਰਦਾ ਸਿੱਧੇ ਤੌਰ 'ਤੇ। ਹੁਣ ਮੰਨ ਲਓ ਜਿਹੜੀ ਵਸਤੂ ਦਾ ਭਾਰ ਜਿੰਨਾ ਜ਼ਿਆਦਾ ਹੋਊਗਾ ਉਹਦੀ ਫ੍ਰਿਕਸ਼ਨ ਦੀ ਵੈਲਿਊ ਵੀ ਉਨੀ ਜ਼ਿਆਦਾ ਹੋਊਗੀ। ਹੁਣ ਆਹ ਲਾ ਲਓ ਇੱਕ ਬਾਕਸ ਪਿਆ ਹੋਇਆ, ਇਹਨੂੰ ਤੁਸੀਂ ਧੱਕਾ ਮਾਰਨਾ, ਇਹਨੂੰ ਧੱਕਾ ਮਾਰਨਾ ਹਜੇ ਫਿਰ ਵੀ ਸੌਖਾ ਹੋਊਗਾ। ਲਾ ਲਓ ਉਦੋਂ ਬਾਅਦ ਇੱਥੇ ਇੱਕ ਕਾਰ ਖੜ੍ਹੀ ਹੈ, ਜੇ ਤੁਸੀਂ ਕੋਈ ਕਾਰ ਨੂੰ ਧੱਕਾ ਮਾਰਨ ਲੱਗੋਗੇ ਤਾਂ ਕਾਰ ਦਾ ਭਾਰ ਜ਼ਿਆਦਾ ਹੈ, ਓਬਵੀਅਸਲੀ ਉਹਦੇ 'ਤੇ ਫੋਰਸ ਵੀ ਜ਼ਿਆਦਾ ਲੱਗੇਗੀ। ਅਤੇ ਉਦੋਂ ਬਾਅਦ ਜੇ ਲਾ ਲਓ ਟਰੱਕ ਆ ਜੇ, ਟਰੱਕ ਦਾ ਉਦੋਂ ਜ਼ਿਆਦਾ ਭਾਰ ਹੋ ਜਾਏਗਾ, ਤਾਂ ਟਰੱਕ ਨੂੰ ਧੱਕਾ ਮਾਰਨਾ ਉਦੋਂ ਜ਼ਿਆਦਾ ਔਖਾ ਹੋ ਜਾਏਗਾ, ਭਾਵ ਉਹਦੇ 'ਚ ਜਿਹੜਾ ਫ੍ਰਿਕਸ਼ਨ ਦੀ ਵੈਲਿਊ ਲੱਗੇਗੀ ਉਹ ਉਦੋਂ ਜ਼ਿਆਦਾ ਹੋ ਜਾਏਗੀ। ਉਦੋਂ ਬਾਅਦ ਆਪਾਂ ਅੱਗੇ ਵੱਧਦੇ ਜੀ, ਰਗੜ ਬਲ ਨੂੰ ਘਟਾਉਣ ਦੇ ਤਰੀਕੇ। ਹੁਣ ਆਪਾਂ ਰਗੜ ਬਲ ਨੂੰ ਕਿਵੇਂ ਘਟਾ ਸਕਦੇ ਹਾਂ, ਸੌਰੀ ਉੱਤੇ ਲਾਈਨ ਵੱਜ ਗਈ। ਹੁਣ ਆਪਾਂ ਰਗੜ ਬਲ ਨੂੰ ਕਿਵੇਂ ਘਟਾ ਸਕਦੇ ਹਾਂ? ਸਭ ਤੋਂ ਪਹਿਲਾਂ ਤਾਂ ਤਰੀਕਾ ਆਉਂਦਾ ਜੀ ਸਰਕਲ ਦੀ ਸ਼ੇਪ ਵਰਤਣੀ। ਹੁਣ ਸਰਕਲ ਦੀ ਸ਼ੇਪ ਕਾਹਤੋਂ ਵਰਤਣੀ?
ਹੁਣ ਆਹ ਲਾ ਲਓ ਚੌਰਸ ਆ, ਤੇ ਆਹ ਲਾ ਲਓ ਤੁਸੀਂ ਰੈਕਟੈਂਗਲ, ਦੂਜਾ ਹੋ ਗਿਆ ਹੈਕਸਾਗੋਨ। ਤੇ ਉਹ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਸਰਕਲ। ਹੁਣ ਆਹ ਵੇਖੋ, ਆਹ ਆਪਣੇ ਕੋਲ ਚੌਰਸ ਸ਼ੇਪ ਆ, ਇਹ ਧਰਤੀ ਦੇ ਨਾਲ ਜ਼ਿਆਦਾ ਅਟੈਚ ਆ, ਇਹ ਜ਼ਿਆਦਾ ਹਿੱਸਾ ਲੱਗ ਰਿਹਾ ਚੌਰਸ ਸ਼ੇਪ ਦਾ। ਹੁਣ ਉਸੇ ਪਾਸੇ ਆਪਣੇ ਕੋਲ ਹੈਕਸਾਗੋਨ ਆ ਗਿਆ, 6 ਕੋਨਾ ਬਕਸਾ, ਇਹਦੀ ਉਦੋਂ ਘੱਟ ਲੱਗ ਰਹੀ ਹੈ। ਜਿਹੜਾ ਸਰਕਲ ਹੁੰਦਾ ਜੀ, ਇਹ ਸਭ ਤੋਂ ਘੱਟ ਟੱਚ ਕਰਦਾ ਗਰਾਊਂਡ ਨਾਲ। ਹੁਣ ਜੇ ਤਾਂ ਗਰਾਊਂਡ ਨਾਲ ਟੱਚ ਹੀ ਨਾ ਕਰੂਗੀ ਕੋਈ ਚੀਜ਼, ਸਰਕਲ ਉਦੋਂ ਘੱਟ ਟੱਚ ਕਰਦੇ। ਹੁਣ ਜੇਕਰ ਗਰਾਊਂਡ ਨਾਲ ਟੱਚ ਹੀ ਘੱਟ ਕਰੂਗਾ ਤਾਂ ਉਹਦੇ 'ਤੇ ਫੋਰਸ ਆਫ ਫ੍ਰਿਕਸ਼ਨ ਵੀ ਘੱਟ ਲੱਗੂਗਾ, ਵਿਰੋਧੀ ਬਲ ਵੀ ਘੱਟ ਲੱਗੂਗਾ। ਇਸੇ ਕਰਕੇ ਆਪਾਂ ਸਰਕਲ ਵਰਤਦੇ ਹਾਂ। ਹੁਣ ਸਰਕਲ ਦੇ ਬੇਅਰਿੰਗ ਹੁੰਦੇ ਆ, ਬੇਅਰਿੰਗ ਅੱਡ ਅੱਡ ਚੀਜ਼ਾਂ ਵਿੱਚ ਵਰਤੇ ਜਾਂਦੇ ਆ, ਇਸੇ ਕਰਕੇ ਇਹਦੇ ਨਾਲ ਫ੍ਰਿਕਸ਼ਨ ਘੱਟ ਜਾਂਦਾ। ਉਦੋਂ ਬਾਅਦ ਇਹੋ ਜਿਹੀ ਸ਼ੇਪ ਵਰਤਣੀ ਜਿਹੜੀ ਅੱਗੋਂ ਤਿੱਖੀ ਹੋਵੇ। ਹੁਣ ਤਿੱਖੀ ਹੋਣ ਦਾ ਭਾਵ ਕੀ ਹੈ ਜੀ, ਮੰਨ ਲਓ ਹੁਣ ਜਿਹੜੀਆਂ ਕਾਰਜ਼ ਆਉਂਦੀਆਂ, ਜਿਹੜੀਆਂ ਜ਼ਿਆਦਾ ਤੇਜ਼ ਹੁੰਦੀਆਂ ਕਾਰਜ਼, ਉਹ ਅੱਗੋਂ ਐਂ ਤਿੱਖੀਆਂ ਹੁੰਦੀਆਂ। ਉਹ ਅੱਗੋਂ ਤਿੱਖੀਆਂ ਇਸ ਕਰਕੇ ਹੁੰਦੀਆਂ, ਜਿਹੜੀ ਹਵਾ ਹੁੰਦੀ ਆ, ਹਵਾ ਦੁਆਰਾ ਜਿਹੜਾ ਰੋਕਿਆ ਜਾਂਦਾ, ਅੱਗੋਂ ਹਵਾ ਨਾਲ ਜਿਹੜਾ ਫ੍ਰਿਕਸ਼ਨ ਲੱਗਦਾ ਉਹ ਕੱਟਿਆ ਜਾਂਦਾ ਤਿੱਖੀ ਚੀਜ਼ ਨਾਲ। ਤਿੱਖੀ ਚੀਜ਼ ਨਾਲ ਏਰੀਆ ਅੱਗੋਂ ਘੱਟ ਗਿਆ, ਜਿਵੇਂ ਸਰਕਲ ਦਾ ਘੱਟ ਗਿਆ ਸੀਗਾ ਇੱਥੇ। ਇਸੇ ਕਰਕੇ ਜਿਹੜਾ ਫ੍ਰਿਕਸ਼ਨ ਆ, ਜਿਹੜੀ ਹਵਾ ਵੱਜਦੀ ਹੈ ਅੱਗੋਂ, ਉਹ ਵੀ ਘੱਟ ਵੱਜੇਗੀ। ਇਸੇ ਕਰਕੇ ਜਿਹੜੇ ਤਿੱਖੀ ਚੀਜ਼ ਆ ਉਹ ਵਰਤੀ ਜਾਂਦੀ ਆ। ਹੁਣ ਇੱਥੇ ਲਾ ਲਓ ਵੀ ਜੇ ਕੋਈ ਕਾਰ ਆ, ਉਹਦਾ ਐਂ ਚੌਰਸ ਆ ਅੱਗੋਂ, ਹੁਣ ਉਹਦੇ 'ਤੇ ਹਵਾ ਜ਼ਿਆਦਾ ਵੱਜੇਗੀ, ਇਸੇ ਕਰਕੇ ਉਹਨੂੰ ਜ਼ਿਆਦਾ ਫੋਰਸ ਲਾਉਣੀ ਪਊਗੀ ਇਸ ਹਵਾ ਨੂੰ ਟੈਕਲ ਕਰਨ ਵਾਸਤੇ। ਤਾਂ ਕਰਕੇ ਇਹਦੇ 'ਤੇ ਫ੍ਰਿਕਸ਼ਨ ਜ਼ਿਆਦਾ ਲੱਗੇਗਾ, ਇਹਦੇ 'ਤੇ ਘੱਟ ਲੱਗੇਗਾ। ਉਦੋਂ ਬਾਅਦ ਤੀਜਾ ਵੇ ਹੈ ਜੀ, ਇਹ ਤਾਂ ਸਾਰਿਆਂ ਨੂੰ ਪਤਾ ਹੀ ਹੋਏਗਾ, ਆਇਲ ਅਤੇ ਗਰੀਸ ਵਰਤਣਾ। ਜਦੋਂ ਆਪਾਂ ਆਇਲ ਵਰਤਦੇ ਹਾਂ ਕਿਸੇ ਚੀਜ਼ 'ਤੇ ਜਾਂ ਫਿਰ ਗਰੀਸ ਵਰਤਦੇ ਹਾਂ ਤਾਂ ਉਹਦੇ 'ਤੇ ਜਿਹੜਾ ਫ੍ਰਿਕਸ਼ਨ ਆ ਉਹ ਘੱਟ ਜਾਂਦਾ। ਉਦੋਂ ਬਾਅਦ ਜੇ ਆਪਣੇ ਕੋਲ ਅੱਗੇ ਪੁਆਇੰਟ ਆਉਂਦਾ ਜੀ, ਰਗੜ ਬਲ ਜ਼ਰੂਰੀ ਕਾਹਤੋਂ ਆ ਆਪਣੀ ਲਾਈਫ ਵਿੱਚ। ਇੰਨੀਆਂ ਸਾਰੀਆਂ ਪ੍ਰੋਬਲਮਸ ਹੁੰਦੀਆਂ ਜੀ ਆਪਾਂ ਨੂੰ, ਤਾਂ ਰਗੜ ਬਲ ਆਪਣੀ ਲਾਈਫ 'ਚ ਫਿਰ ਵੀ ਜ਼ਰੂਰੀ ਕਾਹਤੋਂ ਆ। ਸਭ ਤੋਂ ਪਹਿਲਾ ਪੁਆਇੰਟ ਤਾਂ ਆਉਂਦਾ ਜੀ ਵਾਕ, ਚੱਲਣ ਵਾਸਤੇ ਸਹਾਈ ਹੁੰਦਾ। ਹੁਣ ਚੱਲਣ ਵਾਸਤੇ ਕਿਵੇਂ ਸਹਾਈ ਹੁੰਦਾ, ਜੇ ਤਾਂ ਰਗੜ ਬਲ ਹੋਊਗਾ ਹੀ ਨਹੀਂ, ਆਪਣਾ ਪੈਰ ਉਹਦੇ 'ਤੇ ਟਿਕੂਗਾ ਹੀ ਨਾ ਧਰਤੀ 'ਤੇ। ਧਰਤੀ 'ਤੇ ਪਕੜ ਚਾਹੀਦੀ ਆਪਣੇ ਪੈਰ ਨੂੰ। ਮੰਨ ਲਓ ਹੁਣ ਧਰਤੀ 'ਤੇ ਆਇਲ ਡਿੱਗਿਆ ਹੋਇਆ ਪੱਥਰ 'ਤੇ, ਅਤੇ ਤੁਸੀਂ ਉਹਦੇ 'ਤੇ ਚੱਲਣ ਲੱਗਦੇ ਹੋ ਤਾਂ ਤੁਸੀਂ ਤਿਲਕ ਜਾਂਦੇ ਹੋ। ਇਸੇ ਕਰਕੇ ਜਿਹੜਾ ਧਰਤੀ 'ਤੇ, ਉਹ ਦੂਜੇ ਪਾਸੇ ਜੇ ਤੁਸੀਂ ਮਿੱਟੀ 'ਤੇ ਚੱਲਣਾ ਹੋਵੇ ਤਾਂ ਮਿੱਟੀ 'ਤੇ ਚੱਲਣਾ ਸੌਖਾ, ਕਿਉਂਕਿ ਮਿੱਟੀ 'ਤੇ ਫ੍ਰਿਕਸ਼ਨ ਜ਼ਿਆਦਾ ਹੁੰਦਾ ਅਤੇ ਇਸੇ ਕਰਕੇ ਪਕੜ ਵਧੀਆ ਬਣਦੀ ਹੈ ਪੈਰ ਦੀ। ਉਹਦੇ ਬਾਅਦ ਦੂਜੇ ਨੰਬਰ 'ਤੇ ਆਉਂਦਾ ਜੀ ਮਸ਼ੀਨਾਂ, ਕਿਵੇਂ ਮਸ਼ੀਨਾਂ ਚੱਲਣ ਵਿੱਚ ਸਹਾਈ ਹੁੰਦਾ। ਹੁਣ ਮਸ਼ੀਨਾਂ ਚੱਲਣ ਵਿੱਚ ਕਿਵੇਂ ਸਹਾਈ ਹੁੰਦਾ ਜੀ, ਹੁਣ ਮਸ਼ੀਨਾਂ ਮੋਟਰ ਨਾਲ ਚੱਲਦੀਆਂ। ਮੋਟਰ 'ਤੇ ਪੁਲੀ ਹੁੰਦੀ ਹੈ ਜੀ ਐਂ ਕਰਕੇ ਗੋਲ, ਅਤੇ ਉਹਦੇ 'ਤੇ ਐਂ ਪਟਾ ਚੜ੍ਹਿਆ ਹੁੰਦਾ ਐਂ ਕਰਕੇ, ਅਤੇ ਜਿਹੜਾ ਦੂਜੇ ਪਾਸੇ ਉਹ ਮਸ਼ੀਨ ਨਾਲ ਲੱਗਾ ਹੁੰਦਾ। ਹੁਣ ਮੋਟਰ ਕਿਵੇਂ ਚੱਲਦੀ ਹੈ ਜੀ, ਜੇ ਤਾਂ ਆਹ ਪਟਾ ਇਹਦੇ ਵਿੱਚ ਰਗੜ ਬਲ ਹੀ ਨਾ ਹੋਊਗਾ, ਮਤਲਬ ਭਾਵ ਇਹ ਤਿਲਕਦਾ ਜਾਊਗਾ, ਇਹਦੇ 'ਤੇ ਟਿਕੂਗਾ ਹੀ ਨਾ, ਤਾਂ ਫਿਰ ਇਹ ਇਹਨੂੰ ਕਿਵੇਂ ਘੁਮਾਊਗਾ ਇੱਥੋਂ ਦੀ। ਇਸੇ ਕਰਕੇ ਫਿਰ ਚੱਲੇਗੀ ਨਾ, ਤਿਲਕੀ ਜਾਊਗੀ। ਇਸ ਕਰਕੇ ਜਿਹੜੀ ਇਹ ਤਿਲਕੀ ਜਾਊਗੀ ਵਾਰ-ਵਾਰ, ਫਿਰ ਜੇ ਤਾਂ ਰਗੜ ਬਲ ਹੋਊਗਾ ਫਿਰ ਇਹ ਪਕੜ ਕੇ ਇਹਨੂੰ ਐਂ ਅੱਗੇ ਲੈ ਕੇ ਜਾਊਗਾ, ਫਿਰ ਅੱਗੋਂ ਆ ਵੀ ਘੁੰਮੇਗੀ ਜਿਹੜੀ ਮਸ਼ੀਨ ਦਾ ਹੈਗਾ ਰਾਊਂਡ। ਇਸੇ ਕਰਕੇ ਜੇ ਮਸ਼ੀਨ ਚੱਲੂਗੀ ਤਾਂ ਰਗੜ ਬਲ ਦੀ ਮਦਦ ਨਾਲ ਚੱਲੂਗੀ। ਉਦੋਂ ਬਾਅਦ ਆਪਣੇ ਕੋਲ ਤੀਜਾ ਪੁਆਇੰਟ ਆਉਂਦਾ ਹੋਰ ਜ਼ਰੂਰੀ ਕੰਮਾਂ ਵਾਸਤੇ ਆਪਣੇ ਡੇਲੀ ਦੇ। ਹੁਣ ਇਹ ਕਿਵੇਂ, ਮੰਨ ਲਓ ਕਾਰ ਚਲਾਉਂਦੇ ਹੋ ਤੁਸੀਂ, ਹੁਣ ਕਾਰ ਦੀਆਂ ਬ੍ਰੇਕਸ ਨਾ ਚੱਲਣ। ਹੁਣ ਕਾਰ ਦੀਆਂ ਬ੍ਰੇਕਸ ਕਿਵੇਂ ਚੱਲਦੀਆਂ, ਧਰਤੀ 'ਤੇ ਜਦੋਂ ਲੱਗਦੇ ਆ ਟਾਇਰ ਅਤੇ ਧਰਤੀ 'ਤੇ ਪਕੜ ਕਰਦੇ ਆ। ਹੁਣ ਜੇ ਮੰਨ ਲਓ ਧਰਤੀ 'ਤੇ ਰਗੜ ਬਲ ਹੀ ਹੈ ਨਹੀਂ ਗਾ, ਰਗੜ ਬਲ ਹੀ ਹੈ ਨਹੀਂ ਤਾਂ ਤੁਹਾਡੀਆਂ ਬ੍ਰੇਕਸ ਕਿਵੇਂ ਚੱਲਣਗੀਆਂ ਕਾਰ ਦੀਆਂ, ਤੁਹਾਡੇ ਟਾਇਰ ਕਿਵੇਂ ਪਕੜ ਕਰਨਗੇ ਧਰਤੀ 'ਤੇ, ਅਤੇ ਤੁਹਾਡੀ ਕਾਰ ਚੱਲਦੀ ਜਾਊਗੀ, ਇਨਰਸ਼ੀਆ ਲੱਗਦਾ ਜਾਊਗਾ। ਇਨਰਸ਼ੀਆ ਭਾਵ ਮੋਸ਼ਨ ਆਪਦੀ ਸਟੇਟ ਮੋਸ਼ਨ ਵਾਲੀ ਚੱਲੀ ਜਾਊਗੀ ਕਾਰ ਦੀ, ਅਤੇ ਤੁਹਾਡੀ ਕਾਰ ਰੁਕੂਗੀ ਨਾ ਕਦੇ। ਆਪਣਾ ਚੈਪਟਰ ਜਿਹੜਾ ਜੀ ਬਸ ਇਹ ਪੂਰਾ ਹੋ ਚੁੱਕਾ। ਇਹ ਚੈਪਟਰ ਐਡਾ ਲੰਬਾ ਹੈ ਨਹੀਂ ਸੀਗਾ, ਇਹਦੇ ਵਿੱਚ ਨਾ ਇੰਨੇ ਜ਼ਿਆਦਾ ਪੁਆਇੰਟ ਹੈਗੇ ਸੀਗੇ। ਇਹਦੇ ਵਿੱਚ ਤੁਹਾਨੂੰ ਜ਼ਿਆਦਾ ਨੂਮੈਰੀਕਲ ਆਉਣ ਦੇ ਚਾਂਸ ਹੈਗੇ ਆ, ਜਾਂ ਫਿਰ ਇੱਕ ਦੋ ਉਂਝ ਕੁਐਸਚਨ ਆਉਣਗੇ। ਵੈਸੇ ਤਾਂ ਨੂਮੈਰੀਕਲ ਆਉਣ ਦੇ ਜ਼ਿਆਦਾ ਚਾਂਸ ਆ। ਬਾਕੀ ਇਸ ਵੀਡੀਓ ਨੂੰ ਵੇਖਣ ਵਾਸਤੇ ਤੁਹਾਡਾ ਧੰਨਵਾਦ। ਜੇ ਤੁਹਾਨੂੰ ਵੀਡੀਓ 'ਚ ਕੁਛ ਵੀ ਚੰਗਾ ਲੱਗਾ ਹੋਵੇ ਤਾਂ ਪਲੀਜ਼ ਇਹਨੂੰ ਲਾਈਕ ਕਰ ਦੇਣਾ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਆਪਦੇ ਹੋਰ ਦੋਸਤਾਂ ਮਿੱਤਰਾਂ ਨਾਲ ਇਹਨੂੰ ਸ਼ੇਅਰ ਕਰ ਦਿਓ।
ਚੈਨਲ ਨੂੰ, ਤਾਂ ਕਿ ਉਹ ਵੀ ਸਾਇੰਸ ਦਾ ਸਿਲੇਬਸ ਕਰ ਸਕਣ। ਅਸੀਂ ਸਾਇੰਸ ਦਾ ਸਿਲੇਬਸ ਤੁਹਾਨੂੰ ਪੂਰਾ ਕਰਾ ਦੇਣਾ ਆਹ 19 ਦਿਨਾਂ ਦੇ ਵਿੱਚ, ਤਾਂ ਅੱਗੇ ਵੀਡੀਓ ਦੀ ਜਿਹੜੀ ਮਾਤਰਾ ਹੈ ਵੀ ਵੱਧ ਜੂਗੀ ਅਤੇ ਹੋਰ ਫ੍ਰੀਕੁਐਂਟਲੀ ਆਉਣਗੀਆਂ ਵੀਡੀਓਜ਼। ਤਾਂ ਇਸੇ ਕਰਕੇ ਧੰਨਵਾਦ ਜਿਹੜੇ ਵੀਡੀਓ ਨੂੰ ਵੇਖਣ ਲਈ ਇੱਕ ਵਾਰੀ ਫੇਰ। ਚਲੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ।